Good afternoon, all. Welcome to Balaji's Question Point. ਬੇਟੇ ਸਭ ਇਸ ਤੋਂ ਪਹਿਲਾਂ ਸਾਨੇ ਇੱਕ ਟੈਸਟ ਸੀਰੀਜ਼ ਲਾਂਚ ਕੀਤੀ ਸੀ ਜਿਸ ਦੀ ਤੁਹਾਨੇ ਆਈ ਥਿੰਕ ਵੀਡੀਓ ਦੇਖ ਵੀ ਲਿੱਤੀ ਹੋਈ YouTube ਤੇ ਅਪਲੋਡ ਕੀਤੀ ਸੀ ਜਿਹਦੇ ਵਿੱਚ ਸਕੂਲ ਲੈਕਚਰਰ ਬੇਸ ਤੇ ਟੋਟਲ ਤੁਹਾਡੀ ਆਪਣੀ ਕਮਰਸ ਦੀ ਵੈਕੈਂਸੀਜ਼ 43 ਆਊਟ ਕੀਤੀ ਗਈਆਂ ਸੀ ਜਿਹਦੇ ਵਿੱਚ ਟੋਟਲ ਤੁਹਾਡੀ ਆਪਣੀ 16 ਤੁਹਾਡੀ ਆਪਣੀ ਜਨਰਲ ਕੈਟਾਗਰੀ ਦੀ ਸੀਗੀ ਜਿਹਦੇ ਵਿੱਚ 4 ਤੁਹਾਡੀ ਆਪਣੀ ਫੀਮੇਲ ਜੈਂਡਰ ਦੀ ਸੀਗੀਆਂ ਠੀਕ ਹੈ ਅੱਜ ਉਸੇ ਸੀਰੀਜ਼ ਨੂੰ ਇਹ ਸਿਰਫ ਔਰ ਸਿਰਫ ਟੈਸਟ ਸੀਰੀਜ਼ ਹੈ ਇਸ ਟੈਸਟ ਸੀਰੀਜ਼ ਨੂੰ ਸ਼ੁਰੂਆਤ ਕਰਦੇ ਹੋਏ ਅੱਜ ਪਹਿਲਾਂ ਤੁਹਾਡੇ ਨਾਲ ਅਕਾਊਂਟਿੰਗ ਦੀ ਗੱਲ ਕਰੂੰਗਾ ਅਕਾਊਂਟਿੰਗ ਸਿਲੇਬਸ ਉਸ ਤੋਂ ਪਹਿਲਾਂ ਜਿਹੜੀ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਉਹ ਜਸਟ ਇੱਕ ਸਿਲੇਬਸ ਦੇ ਬੇਸ ਤੇ ਸੀ ਜਿਸ 'ਚ ਸਿਲੇਬਸ ਸਾਰਾ ਤੁਹਾਨੂੰ ਬਰੀਫਲੀ ਦੱਸਿਆ ਗਿਆ ਸੀ ਕਿਸ 'ਚ ਕਿਹੜੇ ਟੌਪਿਕ ਕੰਪਲੀਟ ਕੀਤੇ ਜਾਣਗੇ ਇਹਦੇ ਵਿੱਚ ਜੋ ਟੈਸਟ ਹੈ ਸਿਰਫ ਟੈਸਟ ਸੀਰੀਜ਼ ਹੈ ਆ ਤੁਹਾਡੇ ਸਾਹਮਣੇ ਟੋਟਲ ਜਿਹੜੀ ਟੈਸਟ ਸੀਰੀਜ਼ ਦੇ ਵਿੱਚ ਕੁਐਸਚਨਸ ਨੇ ਉਹ ਸਿਰਫ ਟੋਟਲ ਬੇਸਿਕ ਕੁਐਸਚਨਸ ਨੇ 30 ਕੁਐਸਚਨ ਤੁਹਾਨੂੰ ਟੋਟਲ ਮਿਲਣਗੇ ਇਹਦੇ ਵਿੱਚ ਕਰਨ ਵਾਲੇ ਜੋ ਬਿਲਕੁਲ ਬੇਸਿਕਸ ਤੋਂ ਸਟਾਰਟ ਕੀਤੇ ਗਏ ਨੇ ਜਿਨ੍ਹਾਂ ਦਾ ਮੋਡ ਅਗਰ ਮੈਂ ਗੱਲ ਕਰਾਂ ਜੋ ਕਿੱਥੋਂ ਸਟਾਰਟ ਹੁੰਦਾ ਹੈ +1 ਜਾਂ +2 ਤੋਂ ਸਟਾਰਟ ਹੋਏਗਾ ਵੈਸੇ ਟੋਟਲ ਵੈਸੇ ਕੋਈ ਜਿਹੜੇ ਕੁਐਸਚਨਸ ਨੇ +1 ਦੇ ਕੁਐਸਚਨਸ ਨੇ ਠੀਕ ਹੈ +1 ਤੋਂ ਆਪਾਂ ਬੇਸਿਕ ਸਟਾਰਟ ਕਰਾਂਗੇ ਇਸ ਚੀਜ਼ ਨੂੰ ਕਈ ਬੱਚਿਆਂ ਦਾ ਬੈਚ ਜੋ ਹੈ +1 +2 ਤੋਂ ਕੁਝ ਹੋਰ ਹੁੰਦਾ ਹੈ ਦੈਨ ਬੀਕਾਮ ਕਰ ਲੈਂਦੇ ਨੇ ਐਮਕਾਮ ਕਰ ਲੈਂਦੇ ਨੇ ਦੈਨ ਉਸ ਤੋਂ ਬਾਅਦ ਅੱਗੇ ਬੀਐਡ ਹੋ ਜਾਂਦੀ ਹੈ ਠੀਕ ਹੈ ਬੇਸ ਨਹੀਂ ਕਲੀਅਰ ਹੋ ਪਾਉਂਦਾ ਤਾਂ ਉਸ ਬੇਸ ਤੇ ਅੱਜ ਬੇਸਿਕ ਵੇ ਦੀ ਗੱਲ ਕਰਾਂਗੇ ਕਿ ਅਕਾਊਂਟਿੰਗ 'ਚ ਕਿਹੜੇ ਬੇਸਿਕ ਚੀਜ਼ਾਂ ਹੁੰਦੀਆਂ ਨੇ ਇਹ ਕੁਐਸਚਨ ਜੋ ਹੈ ਅੱਜ ਜੋ 30 ਕੁਐਸਚਨਸ ਨੇ ਠੀਕ ਹੈ 30 ਕੁਐਸਚਨ ਦੇ ਨਾਲ ਹੌਲੀ ਅੱਗੇ ਲੈਵਲ ਕੀ ਹੁੰਦਾ ਜਾਏਗਾ ਲੈਵਲ ਤੁਹਾਡਾ ਹੁੰਦਾ ਟਫ ਹੁੰਦਾ ਜਾਏਗਾ ਅੱਜ ਤੁਹਾਡੇ ਨਾਲ ਸਿੰਪਲ ਟਰਮ ਲੈ ਕੇ ਆਇਆ ਅਕਾਊਂਟਿੰਗ ਹੁੰਦਾ ਕੀ ਹੈ ਇਸ ਕਿਹੜੀ ਚੀਜ਼ਾਂ ਆਪਾਂ ਕਵਰ ਕੀਤੀਆਂ ਨੇ ਕਿਹੜੀ ਚੀਜ਼ਾਂ ਕਵਰ ਕੀਤੀ ਜਾਂਦੀਆਂ ਨੇ ਬੇਸਿਕ ਸਾਰੀ ਚੀਜ਼ਾਂ ਉਠਾਈ ਗਈਆਂ ਨੇ ਹੌਲੀ ਕੁਐਸਚਨ ਜਿਹੜੇ ਹੈਗੇ ਤੁਹਾਡੇ ਆਪਣੇ ਕੋਸਟ ਕਾਊਂਟਿੰਗ ਤੇ ਆ ਜਾਣਗੇ ਫਿਰ ਮੈਨੇਜਮੈਂਟ ਕਾਊਂਟਿੰਗ ਕਰਾਂਗੇ ਉਸ ਪਰ ਕੰਪਲੀਟ ਲੇਕਿਨ ਜੋ ਅੱਜ ਦਾ ਜੋ ਤੁਹਾਡੇ ਆਪਣੀ ਲੈਕਚਰ ਹੈ ਉਹ ਜਸਟ ਇੱਕ ਅਬਾਊਟ ਥੋੜਾ ਹੈਗਾ ਉਹ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਉੱਤੇ ਹੈ ਕਿਹਦੇ ਉੱਤੇ ਤੁਹਾਡਾ ਆਪਣਾ ਉਹ ਫਾਈਨੈਂਸ਼ੀਅਲ ਅਕਾਊਂਟਿੰਗ ਉੱਤੇ ਜੀ ਸਿਰਫ ਇੱਕ ਮੇਰੇ ਨਟਸ਼ੈਲ ਦੇ ਵਿੱਚ ਕੁਐਸਚਨਸ ਉਠਾਏ ਨੇ ਕਿ ਬੱਚੇ ਜੋ ਬੇਸਿਕਸ ਨੂੰ ਇੱਥੇ ਪਤਾ ਲੱਗਣਗੇ ਕਿ ਜੋ ਵੀ ਬੇਸਿਕਸ ਦੇ ਵਿੱਚ ਅਕਾਊਂਟਿੰਗਸ ਵਿੱਚ ਅਸੀਂ ਕਿਹੜੀ ਟਰਮਸ ਐਕਚੁਅਲ ਵਿੱਚ ਯੂਜ਼ ਕਰਦੇ ਹਾਂ ਇਸ ਤੋਂ ਜਿਹੜਾ ਤੁਹਾਡਾ ਆਪਣਾ ਲੈਵਲ ਆਏਗਾ ਨੈਕਸਟ ਜੋ ਕੁਐਸਚਨਸ ਪਾਏ ਜਾਣ ਕੇ ਅਪਲੋਡ ਕੀਤੀ ਹੋਗੀ ਵੀਡੀਓ ਜਾਂ YouTube ਦੇ ਉੱਤੇ ਇਸ ਚੀਜ਼ ਦੇ ਉੱਤੇ ਤੇ ਉਹ ਤੁਹਾਡੇ ਲੈਵਲ ਥੋੜਾ ਮੋਡਰੇਟ ਹੋ ਜਾਏਗਾ ਅੱਜ ਜੋ ਬੇਸਿਕ ਚੀਜ਼ਾਂ ਨੇ ਕਿਹੜੀ ਚੀਜ਼ਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਰਦੇ ਹਾਂ ਇਹ ਸਿਰਫ ਬੇਸਿਕ ਚੀਜ਼ਾਂ ਤੋਂ ਉਠਾਇਆ ਗਿਆ ਹੈ ਠੀਕ ਹੈ ਦੂਸਰੀ ਗੱਲ ਇਸ ਵੀਡੀਓ ਲੈਕਚਰ ਦੇ ਵਿੱਚ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬਾਲਾਜੀ ਕ੍ਰਿਸ਼ਨ ਦਾ ਟੈਲੀਗ੍ਰਾਮ ਗਰੁੱਪ ਵੀ ਬਣਿਆ ਹੋਇਆ ਹੈ और WhatsApp ਅਲੱਗਲੀ ਜੋ ਬੱਚੇ ਕਮਰਸ ਬੇਸ ਤੇ ਸਕੂਲ ਲੈਕਚਰਰ ਦੀ ਤਿਆਰੀ ਕਰਨਾ ਚਾਹੁੰਦੇ ਨੇ ਠੀਕ ਹੈ ਉਹਨਾਂ ਦਾ ਅਲੱਗ WhatsApp ਗਰੁੱਪ ਵੀ ਬਣਾ ਦਿੱਤਾ ਗਿਆ ਹੈ ਕੱਲ ਨੰਬਰ ਆਫ ਅਨਕਾਊਂਟੇਬਲ ਸਾਡੇ ਪਾਸ ਬੱਚੇ ਦੇ ਡਾਊਟਸ ਆਏ ਸੀ ਵੀ ਸਾਨੂੰ ਟੈਸਟ ਸੀਰੀਜ਼ ਕਰਵਾਈ ਜਾਊਗੀ ਜਾਂ ਬਰੀਫਲੀ ਦਿੱਤਾ ਜਾਊਗਾ ਉਸ ਤੋਂ ਪਹਿਲੇ ਤੁਹਾਨੂੰ ਵੱਧ ਤੋਂ ਵੱਧ ਗਰੁੱਪ ਦੇ ਵਿੱਚ ਜੁੜਨਾ ਪਊਗਾ ਤਾਂ ਕਿ ਤੁਹਾਡੀ ਸਾਰੇ ਜਿਹੜੇ ਡਾਊਟ ਹੈ ਉਸ ਗਰੁੱਪ ਦੇ ਵਿੱਚ ਕੀ ਕਰ ਦਿੱਤੇ ਜਾਣ ਕਲੀਅਰ ਕਰ ਦਿੱਤੇ ਜਾਣ ਇਹ ਸਿਰਫ ਟੈਸਟ ਸੀਰੀਜ਼ ਹੈ ਜਿਸ ਵਿੱਚ ਤੁਹਾਡੇ ਨਾਲ ਸਾਹਮਣੇ 30 ਕੁਐਸਚਨ ਲੈ ਕੇ ਹਾਜ਼ਰ ਹੋਇਆ ਠੀਕ ਹੈ ਮਾਈ ਸੈਲਫ ਇਜ਼ ਰਾਹੁਲ ਗੋਇਲ ਜਿਸ ਵਿੱਚ ਮੈਂ ਤੁਹਾਨੂੰ ਗੱਲ ਕਰੂੰਗਾ ਕਿ ਅਕਾਊਂਟਿੰਗ ਦੀ ਕਿਹੜੇ ਕਨਸੈਪਟ ਆਪਾਂ ਬੇਸਿਕ ਵਿੱਚ ਚੀਜ਼ਾਂ ਚੱਕਣੀਆਂ ਨੇ ਲਾਈਕ ਅਗਰ ਦੇਖਿਆ ਜਾਵੇ ਤਾਂ ਪਹਿਲਾ ਹੀ ਕੁਐਸਚਨ ਹੈ ਜਰਨਲੀ ਦਾ ਅਕਾਊਂਟਿੰਗ ਇਜ਼ ਮਤਲਬ ਕਿ ਆਮ ਤੌਰ ਤੇ ਜਿਹੜੇ ਅਕਾਊਂਟਿੰਗ ਵਰਡ ਹੁੰਦਾ ਹੈ ਅਸੀਂ ਇਹਦੇ ਵਿੱਚ ਦੋ ਚੀਜ਼ਾਂ ਕਰਦੇ ਹੁੰਦੇ ਆ ਇੱਕ ਕਰਦੇ ਹੁੰਦੇ ਅਸੀਂ ਬੁੱਕ ਕੀਪਿੰਗ ਠੀਕ ਹੈ ਜੀ ਇੱਕ ਕਰਦੇ ਹੁੰਦੇ ਅਸੀਂ ਬੁੱਕ ਕੀਪਿੰਗ ਲੇਕਿਨ ਪੁਰਾਣਾ ਖਾਤਾ ਬਈਆ ਹੁੰਦਾ ਸੀ ਲੇਕਿਨ ਅੱਜ ਕੱਲ੍ਹ ਦੇ ਜਿਹੜੇ ਬੁੱਕ ਕੀਪਿੰਗ ਹੈ ਉਹ ਕਿਹਨੇ ਜੋ ਬੁੱਕ ਕੀਪਿੰਗ ਉਹ ਕਿਹਨੇ ਰਿਪਲੇਸ ਕਰਤੀ ਅੱਜ ਅਕਾਊਂਟਿੰਗ ਨੇ ਰਿਪਲੇਸ ਕਰਤੀ ਹੈ ਅਕਾਊਂਟਿੰਗ ਮਤਲਬ ਜੋ ਲੇਖਾ ਜੋਖਾ ਹੋਏਗਾ ਖਾਤਾ ਬਈ ਹੋਏਗੀ ਉਸ ਚੀਜ਼ ਦੀ ਅਸੀਂ ਰਾਊਂਡਿੰਗ ਕਿਸ ਤਰ੍ਹਾਂ ਕਰਾਂਗੇ ਮਤਲਬ ਸੌਰਟ ਆਊਟ ਕਿਸ ਤਰ੍ਹਾਂ ਕੀਤਾ ਜਾਊਗਾ ਲਾਈਕ ਜਿਵੇਂ ਤੁਹਾਡੇ ਸਾਹਮਣੇ ਫਸਟ ਕੁਐਸਚਨ ਹੈ ਜਰਨਲੀ ਦੀ ਅਕਾਊਂਟਿੰਗ ਇਜ਼ ਅਕਾਊਂਟਿੰਗ ਹੁੰਦਾ ਕੀ ਆਮ ਭਾਸ਼ਾ ਦੇ ਵਿੱਚ ਵੈਸੇ ਤਾਂ ਅਗਰ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਹੋਵੇ ਤਾਂ ਜਿਹੜੀ ਅਕਾਊਂਟਿੰਗ ਹੁੰਦੀ ਹੈ ਉਹ ਸਾਡੇ ਆਪਣੇ ਐਕਚੁਅਲ ਬਿਜ਼ਨਸ ਦੀ ਲਾਈਫ ਮਤਲਬ ਜਿਹਦੇ ਵਿੱਚ ਅਸੀਂ ਪ੍ਰੈਕਟੀਕਲ ਚੀਜ਼ਾਂ ਨੂੰ ਨੋਟ ਕਰਦੇ ਹਾਂ ਠੀਕ ਹੈ ਔਰ ਥਿਓਰੈਟੀਕਲ ਪਾਰਟ ਨੂੰ ਵੀ ਨੋਟ ਕੀਤਾ ਹੈ ਥਿਓਰੈਟੀਕਲ ਮਤਲਬ ਲਾਈਕ ਜਿਹੜੀ ਚੀਜ਼ਾਂ ਆਮ ਜਿਹੜੀ ਬਿਜ਼ਨਸ ਵਿੱਚ ਯੂਜ਼ ਕੀਤੀ ਜਾਂਦੀ ਉਹਨਾਂ ਨੂੰ ਵੀ ਨੋਟ ਕਰਦੇ ਹਾਂ ਲੇਕਿਨ ਜਿਹੜਾ ਅਕਾਊਂਟਿੰਗ ਬੇਸ ਹੁੰਦਾ ਹੈ ਨਾ ਉਹ ਸਿਰਫ ਕਿਹੜੀ ਚੀਜ਼ਾਂ ਨੂੰ ਲੈ ਕੇ ਜਾਂਦਾ ਪ੍ਰੈਕਟੀਕਲੀ ਚੀਜ਼ਾਂ ਨੂੰ ਲੈ ਕੇ ਜਾਂਦਾ ਪ੍ਰੈਕਟੀਕਲੀ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਕੋਈ ਨਾ ਕੋਈ ਕੈਸ਼ ਆ ਜਾਂਦਾ ਹੈ ਜਾਂ ਕੋਈ ਨਾ ਕੋਈ ਕੈਸ਼ ਚਲਾ ਜਾਂਦਾ ਹੈ ਕੋਈ ਇਨਫਲੋ ਆਫ ਕੈਸ਼ ਹੋ ਜਾਂਦਾ ਹੈ ਕੈਸ਼ ਦਾ ਆਣਾ ਹੋ ਜਾਂਦਾ ਹੈ ਜਾਂ ਆਊਟਫਲੋ ਕੈਸ਼ ਹੋ ਜਾਂਦਾ ਕੈਸ਼ ਦਾ ਚਲੇ ਜਾਣਾ ਹੈ ਕਈ ਜਾਣੇ ਬੋਲਦੇ ਨੇ ਕਿ ਜਿਹੜੀ ਅਕਾਊਂਟਿੰਗ ਹੈ ਉਹ ਇੱਕ ਲੈਂਗੁਏਜ ਵੀ ਹੈ ਅਕਾਊਂਟਸ ਇੱਕ ਸਬਜੈਕਟ ਵੀ ਹੈ ਅਕਾਊਂਟਸ ਇੱਕ ਸਬਜੈਕਟ ਤਾਂ ਹੈਗਾ ਲੇਕਿਨ ਬਿਜ਼ਨਸ ਦੀ ਲੈਂਗੁਏਜ ਜੋ ਸਾਡੇ ਵਾਸਤੇ ਹੈ ਉਹ ਸਾਡੇ ਵਾਸਤੇ ਕੀ ਇੱਕ ਅਕਾਊਂਟੈਂਸੀ ਹੈ ਹੁਣ ਅਗਰ ਮੈਂ ਗੱਲ ਕਰਾਂ ਤਾਂ ਤੁਹਾਡੇ ਸਾਹਮਣੇ ਕੁਐਸਚਨ ਦੇ ਨੀਚੇ ਇੱਕ MCQs ਦੇ ਬੇਸ ਤੇ ਤੁਹਾਨੂੰ ਆਪਸ਼ਨਾਂ ਵੀ ਦਿੱਤੀ ਗਈਆਂ ਨੇ ਜਿਸ 'ਚ ਫਸਟ ਆਪਸ਼ਨ ਬਣਦੀ ਹੈ ਅਕਾਊਂਟੈਂਸੀ ਜੋ ਮੇਰਾ ਆਪਣਾ ਆਨਸਰ ਹੀ ਹੈ ਸੈਕਿੰਡ ਹੈ ਬਿਜ਼ਨਸ ਲੈਂਗੁਏਜ ਸੀ ਪੁਆਇੰਟ ਹੈ ਬਿਜ਼ਨਸ ਚਲੋ ਬਿਜ਼ਨਸ ਤਾਂ ਨਹੀਂ ਹੋ ਸਕਦਾ ਅਕਾਊਂਟਿੰਗ ਲੇਕਿਨ ਅਕਾਊਂਟਿੰਗ ਦੀ ਲੈਂਗੁਏਜ ਨੂੰ ਅਸੀਂ ਕੀ ਹੈ ਬਿਜ਼ਨਸ ਦੀ ਲੈਂਗੁਏਜ ਨੂੰ ਅਸੀਂ ਅਕਾਊਂਟਿੰਗ ਵੀ ਕਹਿ ਦਿੰਦੇ ਹਾਂ ਲੇਕਿਨ ਨਹੀਂ
अगर मैं गल करा कि काउंटिंग जिहड़ी हुंदी है वो साडी प्रैक्टिकल इन सेंस दे विच की हुंदी है जिस असीं प्रैक्टिकल चीज़ां नूं नोट करदे रिकॉर्ड करदे हां ठीक है तो उस वे नूं असीं की बोलांगे अकाउंटेंसी बोलांगे अकाउंटिंग भी वर्ड हुंदा है अकाउंटिंग मतलब हुंदा सिर्फ एक चीज़ दा हिसाब किताब लगाना लेकिन एक्चुअल दे विच जो कमर्स है ना वाणिज्य है जिन्हों हिंदी दे विच बोलदे आ वनज जिन्हों असीं पंजाबी च बोलदे हां तो एक्चुअल विच हैगी कि साडे वास्ते अकाउंटेंसी है जो मेरा अपना की बनदा सीगा आंसर बनदा सीगा ठीक है नैक्सट सैकेंड क्वेश्चन है वट इज़ द रिस्पोंसिबिलिटी ऑफ अकाउंटिंग हुण रिस्पोंसिबिलिटी की होएगी आई मीन टू से अगर मैं गल कर अकाउंटेंसी विच अगर जो भी कोई एंट्री या कोई भी तुसी अपनी अंदाज नूं रिकॉर्ड करदे हो तो सब तो पहले बड़ी रिस्पोंसिबिलिटी किहदी हुंदी है सब तो पहले इहदी टर्म्स ने कुछ जो तुहानूं अगे भी करवाई जाणगियां सब तो पहले इस एक चीज़ नूं पहले देखदे आइडेंटिफाई करदे आ की करदे आ आइडेंटिफाई करदे आ कि वाकई जो चीज़ नोट की जाएगी वो आइडेंटिफाई करन तो बाद नोट करने वाली हैगी है कि नहीं हैगी है ठीक है तो सब तो पहले की कीती जाएगी आइडेंटिफाई की जाएगी मतलब कि अकाउंटिंग की फर्स्ट प्रोसैस के विच एक पहला काम बनता सब तो पहले आइडेंटिफाई करना दैन उस चीज़ को अगर आइडेंटिफाई हो चुकी है उस चीज़ को अगे रिकॉर्ड करन तो बाद उस चीज़ की क्लासीफिकेशन मतलब होंदा वर्गीकरण किया जाऊगा दैन उस तो बाद अगला पॉइंट आता तुहाडा अपना समरी बनाई जाएगी समरी मतलब कितना कैश साडे पास अवेलेबल है और कितना कैश की है वो पे आउट हो चुके हैं हुण जिवें कि तुहाडे सामने मैंने 4 स्टैप लिखे ने फर्स्ट लिखा है तुहाडा अपना आइडेंटिफाइंग दूसरा लिखा है तुहाडा अपना रिकॉर्डिंग थर्ड लिखा है तुहाडा अपना क्लासीफाइंग और फोर्थ लिखा है तुहाडा अपना समराइजिंग लेकिन अगर मैं ऑप्शन अकॉर्डिंग जावां तो क्वेश्चन पहला यह बनता है वट इज़ द रिस्पोंसिबिलिटी ऑफ अकाउंटिंग की जिहड़ी रखण की संभाल किस दी होएगी ठीक है रिस्पोंसिबिलिटी किस दी होएगी पहली गल तो ऑप्शन अकॉर्डिंग क्लासीफिकेशन सैकेंड आंदा समराइजिंग थर्ड आंदा रिकॉर्डिंग डी आंदा तुहाडा ऑल ऑफ अबव रिस्पोंसिबिलिटी की गल की है अगर इत्थे वर्ड रिस्पोंसिबिलिटी ना हुंदा ठीक है तो पुछदा भी अकाउंटिंग किहड़ी प्रोसैस यूज़ की जाती है तो आंसर बन जाता ऑल ऑफ अबव क्योंकि सारी प्रोसैस बनती है लेकिन अगर मैं गल करा उन्हें पूछी है सब तो पहले रिस्पोंसिबिलिटी किहदी बनती है तो थोड़े सामने मैंने स्टैप लिखे गए सी पहला आया सी आइडेंटिफाइंग ऑप्शन च नहीं है सैकेंड हैगा रिकॉर्डिंग ऑप्शन दे विच हैगा जो अपना आंसर भी बनता है थर्ड लिखवाया मैंने क्लासीफाइंग फोर्थ लिखाया तुहाडा अपना समराइजिंग ठीक है तो अगर मैं इन्होंने लड़ी वाइज रखा तो क्वेश्चन कई बार लड़ी च भी पूछ सकते हैं तो ये अपनी फर्स्ट ऑप्शन ये आनी सी जिहदा अपना आंसर है सैकेंड असीं आप रखांगे इहनूं क्लासीफाइंग दे विच अरेंज इन असेंडिंग ऑर्डर विच कर रहे हैं थर्ड मेरी बन जाऊगी तुहाडी अपनी समराइजिंग मतलब की है अगर अकाउंटिंग की रिस्पोंसिबिलिटी वैसे तो हैगी सारिਆਂ दी है लेकिन अगर मैं फर्स्ट रिस्पोंसिबिलिटी की गल करा तो ये आंसर बनेगा रिकॉर्डिंग अगर क्वेश्चन च आइडेंटिफाइंग आ जाता ठीक है अगर क्वेश्चन च आइडेंटिफाइंग ऑप्शन आती तो तुम आइडेंटिफाई टिक करके आना है रिकॉर्डिंग टिक नहीं करके आना कारण कि कोई रिस्पोंसिबिलिटी जी एंट्री रिकॉर्ड करने तो पहले अगर एंट्री को किया जाता है आइडेंटिफाई किया जाता है ठीक है जी नेक्स्ट क्वेश्चन है द सिस्टम ऑफ रिकॉर्डिंग ट्रांजैक्शन बेस्ड ऑन द ड्यूल कंसैप्ट इज कॉल्ड हुण देखो तुहाडे सामने पहली गल तो यह तुहाडे अपने अगर जिन्ना बच्चों ने प्रॉपर फॉर्म दे विच देखा जाए तो एंट्री नूं जो तुसीं रिकॉर्ड करते हो जिहड़ी एंट्री रिकॉर्ड की जाती है वो जो सिस्टम हुंदा है वो दो बेस से हुंदा है जिन्होंने असीं की बोलते हैं ड्यूल कंसैप्ट बोलते हैं ड्यूल कंसैप्ट मतलब हुंदा है दोहरी प्रणाली दे नाल दो चीज़ां नाल नोट की जांदियां ने दो चीज़ां किहड़ियां ने देखो एक चीज़ आऊगी तो एक चीज़ जाऊगी भी ठीक है जे एक चीज़ तुसीं रिसीव करोगे तो एक चीज़ नूं दोगे भी लाइक बाजार दे विच देख लो तुसीं अपने आप नूं कोई भी चीज़ परचेज करते हो तो जो परचेज करते हो तो वो परचेज आती है थोड़े पास तो कैश चला जाता है मतलब कि दो वे सिस्टम है तो उस दो वे सिस्टम असीं की बोलते हैं ड्यूल कंसैप्ट बोलते हैं ठीक है वैसे तो एक प्रॉपर फॉर्म होंगे अकाउंटिंग दे विच ड्यूल असैप्ट कंसैप्ट भी जिहड़ा दोहरी प्रणाली का सिस्टम है वो किहड़ी चीज़ सिस्टम के रिकॉर्ड नूं रखदा है किस तरह एंट्री नूं पाया जाता है तो तुहाडे सामने एक ऑप्शन देखी जाए तो ये डाउटफुल दो ही ऑप्शन आने एक तो अगर डबल अकाउंटिंग सिस्टम कभी भी नहीं होंगे तो ऑप्शन आऊगी तुहाडी अपनी डबल एंट्री सिस्टम मतलब दोहरी प्रणाली जिन्होंने असीं बोलते हैं कि जिहड़े विच एंट्री दो बेस ते पैंदियां ने वैसे एंट्री सिंगल एंट्री सिस्टम बेस ते भी पैंदी सी लेकिन अजकल जो मॉडर्न कंसैप्ट है सानूं किहनूं देखदा पिया डबल एंट्री सिस्टम नूं जिहदे विच तुहाडा जिहड़ी एंट्री रिकॉर्ड की जाती है वो दो वे नाल कीती जांदी है एक चीज़ दा आना तो दूसरी चीज़ का चले जा रहा थोड़े शायद एक फॉर्म सुनी होगी एक चीज़ का डेबिट होना पाया जाता है एक चीज़ का की होना पाया जाता है
ਕ੍ਰੈਡਿਟ ਹੋਣਾ ਪਾਇਆ ਜਾਂਦਾ ਹੈ। ਮਤਲਬ ਇੱਕ ਚੀਜ਼ ਜੇ ਆਉਂਦੀ ਹੈ ਤਾਂ ਡੈਬਿਟ ਹੋਏਗੀ, ਜਾਂ ਇੱਕ ਚੀਜ਼ ਚਲੀ ਜਾਂਦੀ ਸਾਡੇ ਵਾਸਤੇ ਕੀ ਹੋਊਗੀ, ਕ੍ਰੈਡਿਟ। ਮਤਲਬ ਕਿ ਜਿਸ ਦੇ ਵਿੱਚ ਸਾਡੇ ਦੋ ਕਨਸੈਪਟ ਰੱਖੇ ਜਾਂਦੇ, ਇੱਕ ਡੈਬਿਟ ਕਿਹਦੇ ਬਰਾਬਰ ਹੋਊਗੀ ਤੁਹਾਡੀ ਆਪਣੀ, ਕ੍ਰੈਡਿਟ ਤੇ ਇਕੁਅਲ ਰੱਖੀ ਜਾਊਗੀ। ਉਸ ਸਿਸਟਮ ਨੂੰ ਅਸੀਂ ਕੀ ਬੋਲਦੇ ਹਾਂ, ਡਬਲ ਐਂਟਰੀ ਸਿਸਟਮ ਬੋਲਦੇ ਹਾਂ। ਡਬਲ ਅਕਾਊਂਟਿੰਗ ਸਿਸਟਮ ਤਾਂ ਕਦੀ ਹੁੰਦਾ ਹੀ ਨਹੀਂ ਹੈ, ਸਿੰਗਲ ਐਂਟਰੀ ਸਿਸਟਮ ਹੁੰਦਾ ਹੈ। ਲੇਕਿਨ ਜਿਹੜੀ ਇਹ 'ਚ ਅਰੇਂਜਮੈਂਟਸ ਕੀਤੀਆਂ ਜਾਂਦੀਆਂ ਨੇ ਉਹ ਸਿਰਫ ਸਿੰਗਲ ਐਂਟਰੀ ਸਿਸਟਮ ਦੇ ਅਕੋਰਡਿੰਗ ਕੀਤੀਆਂ ਜਾਂਦੀਆਂ ਨੇ। ਲੇਕਿਨ ਸਿੰਗਲ ਐਂਟਰੀ ਸਿਸਟਮ ਸਿਰਫ ਇੱਕ ਚੀਜ਼ ਸਾਡੇ ਪਾਸ ਹੈਗੀ ਹੈ, ਉਹ ਸਾਡੇ ਪਾਸ ਹੀ ਹੈ। ਜੇ ਚੀਜ਼ ਚਲੀ ਗਈ ਹੈ ਤਾਂ ਚਲੀ ਗਈ ਹੈ। ਮਤਲਬ ਕਿ ਡਬਲ ਐਂਟਰੀ ਸਿਸਟਮ 'ਚ ਇੱਕ ਚੀਜ਼ ਆ ਵੀ ਜਾਊਗੀ ਔਰ ਇੱਕ ਚੀਜ਼ ਸਾਡੀ ਕੀ ਹੋਊਗੀ, ਚਲੀ ਵੀ ਜਾਏਗੀ। ਠੀਕ ਹੈ, ਬਹੁਤ ਬੇਸਿਕ ਕੁਐਸਚਨਸ ਨੇ, ਮੈਂ ਬਾਰ-ਬਾਰ ਕਹਿਣਾ ਇਹ ਤਾਂ ਹੀ ਉਠਾਏ ਗਏ ਨੇ ਤਾਂ ਕਿ ਜਿਹੜੇ ਬੱਚੇ ਦਾ ਬੇਸਿਕਸ ਨਹੀਂ ਕਲੀਅਰ ਹੈ ਉਹ ਬੇਸਿਕ ਇੱਥੋਂ ਹੀ ਕਲੀਅਰ ਹੋ ਜਾਏ। ਇਸ ਨਾਲ ਦੇ 4 ਔਰ 5 ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ। ਠੀਕ ਹੈ, ਜਿੱਥੇ ਤੁਹਾਡਾ ਬੇਸ ਨੂੰ ਸਟਰੋਂਗ ਕੀਤਾ ਜਾਊਗਾ। ਇਹ ਤਾਂ ਸਿਰਫ ਇੱਕ ਤੁਹਾਡੇ ਸਾਹਮਣੇ ਗੱਲ ਕੀਤੀ ਹੈ, ਸਿਰਫ ਬੇਸਿਕ ਚੀਜ਼ਾਂ ਉਠਾਈ ਗਈਆਂ ਤਾਂ ਕਿ ਬੱਚੇ ਨੂੰ ਇੱਥੇ ਪਤਾ ਲੱਗ ਜਾਏ ਅਕਾਊਂਟਿੰਗ ਚ ਐਕਚੁਅਲੀ ਹੈਗਾ ਕੀ ਹੈ। ਠੀਕ ਹੈ, ਵੈਸੇ ਤਾਂ ਇਹ ਜੋ ਤੁਹਾਡਾ ਆਪਣਾ ਕੁਐਸਚਨ ਪਾਏ ਹੋਏ ਨੇ PDF ਦੇ ਵਿੱਚ, ਇਸ ਫਾਰਮ ਦੇ ਵਿੱਚ ਜੋ ਲੈਕਚਰ ਅਪਲੋਡ ਕੀਤਾ ਜਾ ਰਿਹਾ ਸਿਰਫ ਬੇਸਿਕ ਉਠਾਇਆ ਜਾਏ ਤਾਂ ਕਿ ਬੱਚੇ ਨੂੰ ਸ਼ੁਰੂ ਤੋਂ ਹੀ ਈਜ਼ੀ ਲੱਗੇ, ਤਾਂ ਕਿ ਅਗਰ ਅਸੀਂ ਪਹਿਲੇ ਮੁਸ਼ਕਿਲ ਵਾਲਾ ਉਠਾਉਂਦੇ ਤਾਂ ਬੱਚੇ ਨੂੰ ਸਮਝ ਨਹੀਂ ਆਉਣਾ ਸੀ ਇਸ ਵੇ ਦੇ ਨਾਲ। ਠੀਕ ਹੈ, ਉਸ ਤੋਂ ਬਾਅਦ ਉਸ ਦਾ 4th ਕੁਐਸਚਨ ਹੈ ਅਕਾਊਂਟਿੰਗ ਇਜ਼ ਡੈਸ਼। ਤੁਹਾਡੇ ਸਾਹਮਣੇ ਅਕਾਊਂਟਿੰਗ ਕੀ ਹੈ। ਪਹਿਲੀ ਗੱਲ ਤਾਂ ਤੁਹਾਨੂੰ ਦੱਸਿਆ ਸੀਗਾ, ਅਕਾਊਂਟਿੰਗ ਜਿਹੜੀ ਹੈਗੀ ਹੈ ਇੱਕ ਚੱਲਦੀ ਹੈ ਰੂਲਸ ਦੇ ਅਕੋਰਡਿੰਗ। ਠੀਕ ਹੈ, ਇੱਕ ਚੀਜ਼ ਦਾ ਆਣਾ ਤੇ ਇੱਕ ਚੀਜ਼ ਦਾ ਚਲੇ ਜਾਣਾ, ਮਤਲਬ ਡੈਬਿਟ ਔਰ ਕ੍ਰੈਡਿਟ ਇਹ ਰੂਲਸ ਹੀ ਨੇ, ਹਨਾ। ਔਰ ਜਿਹੜੇ ਰੂਲਸ ਹੁੰਦੇ ਨੇ ਜਾਂ ਫਿਰ ਕਹਿੰਦਾ ਮੈਂ ਡਿਸਿਪਲਿਨ ਹੁੰਦਾ ਇੱਕ ਸਿਸਟਮ ਨੂੰ ਅਰੇਂਜ ਕਰਨ ਦਾ, ਰਿਕਾਰਡ ਕਰਨ ਦਾ, ਉਹ ਕਿਹਦੇ ਵਿੱਚ ਪਾਇਆ ਜਾਂਦਾ ਹੈ, ਸਾਇੰਸ ਦੇ ਵਿੱਚ ਪਾਇਆ ਜਾਂਦਾ। ਕਿਉਂਕਿ ਸਾਇੰਸ ਦੇ ਵਿੱਚ ਹਮੇਸ਼ਾ ਅਸੀਂ ਰੂਲਸ ਹੀ ਪੜ੍ਹਦੇ ਆ ਨਾ। ਤੁਹਾਡੇ ਸਾਹਮਣੇ 10th ਕਲਾਸ ਤੱਕ ਦੇਖਿਆ ਹੋਊਗਾ ਵਾਟਰ ਦਾ ਫਾਰਮੂਲਾ ਕੀ ਹੁੰਦਾ ਹੈ, ਆਕਸੀਜਨ ਫਾਰਮੂਲਾ ਕੀ ਹੁੰਦਾ ਹੈ, ਫਾਰਮੂਲਾ ਇਸ ਕੋਲ ਦਾ ਰੂਲ ਹੀ ਹੁੰਦੇ ਨੇ ਉਹ ਚੀਜ਼ ਨੂੰ। ਤਾਂ ਅਕਾਊਂਟਿੰਗ ਨੂੰ ਵੀ ਰਿਕਾਰਡ ਕਰਨ ਦੇ ਵਾਸਤੇ ਕੁਛ ਨਾ ਕੁਛ ਰੂਲਸ ਸਾਨੂੰ ਕੀ ਕਰਨੇ ਪੈਂਦੇ ਨੇ, ਐਪਲੀਕੇਬਲ ਕਰਨੇ ਪੈਂਦੇ ਨੇ। ਉਹ ਸਾਡੇ ਵਾਸਤੇ ਕਿਹੜੀ ਵਰਡ ਨੂੰ ਲੈ ਕੇ ਆਉਂਦਾ, ਤੁਹਾਡੇ ਆਪਣੇ ਸਾਇੰਸ ਨੂੰ ਲੈ ਕੇ ਆਉਂਦਾ। ਦੂਸਰੀ ਗੱਲ, ਇਸ ਰੂਲ ਨੂੰ ਰਿਕਾਰਡ ਕਰਨ ਵਾਸਤੇ ਕੁਛ ਨਾ ਕੁਛ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਹੈ, ਕੁਛ ਨਾ ਕੁਛ ਪ੍ਰੈਜੈਂਟੇਸ਼ਨਾਂ ਨੂੰ ਲਗਾਇਆ ਜਾਂਦਾ ਹੈ, ਕੋਈ ਨਾ ਕੋਈ ਆਰਟ ਐਂਡ ਕਰਾਫਟ ਦਾ ਆਰਟ ਦਾ ਕੰਮ ਕੀਤਾ ਜਾਂਦਾ ਹੈ। ਕਿਸ ਤਰ੍ਹਾਂ ਅਰੇਂਜ ਕਰਨਾ, ਅਰੇਂਜ ਮਤਲਬ ਆਈਡੈਂਟੀਫਾਈ ਹੋ ਗਿਆ। ਠੀਕ ਹੈ, ਫਿਰ ਰਿਕਾਰਡਿੰਗ ਹੋ ਗਿਆ, ਕਲਾਸੀਫਾਈ ਹੋ ਗਿਆ, ਉਸ ਤੋਂ ਬਾਅਦ ਸਮਰਾਈਜ਼ਿੰਗ ਹੋ ਗਿਆ, ਦੈਨ ਉਸ ਤੋਂ ਬਾਅਦ ਐਕਚੁਅਲ ਫਾਈਨੈਂਸ਼ੀਅਲ ਰਿਕਾਰਡ ਕੀਤੇ ਜਾਂਦੇ ਨੇ। ਮਤਲਬ ਕਿ ਕਿਸੇ ਨੇ ਆਰਟ ਵੇ ਨਾਲ, ਮਤਲਬ ਜਾਂ ਤਾਂ ਇੰਕਰੀਜ਼ਿੰਗ ਆਰਡਰ ਦੇ ਅਕੋਰਡਿੰਗ ਕੀਤਾ ਜਾਂਦਾ ਹੈ ਨਾ, ਕਿਸੇ ਨੇ ਆਰਟ ਵੇ ਦੇ ਨਾਲ ਉਸ ਚੀਜ਼ ਨੂੰ ਅਰੇਂਜ ਕਰਨਾ। ਰੂਲਸ ਅਲੱਗ ਚੀਜ਼ ਹੋਗੀ, ਵੀ ਰੂਲਸ ਲੱਗ ਚੁੱਕੇ ਹਨ ਤਾਂ ਸਾਇੰਸ ਅਲੱਗ ਹੋਗੀ। ਉਸ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਹੈ, ਕਿਉਂਕਿ ਜਿਹੜਾ ਤੁਹਾਡਾ ਅਕਾਊਂਟਿੰਗ ਸਿਸਟਮ ਹੈ ਨਾ, ਜਦੋਂ ਇਹਦੀ ਐਕਚੁਅਲੀ ਵਿੱਚ ਰਿਪੋਰਟ ਬਣ ਜਾਂਦੀ ਹੈ ਤਾਂ ਇਹ ਨਹੀਂ ਹੈਗਾ ਕਿ ਰਿਪੋਰਟ ਉਹ ਅਕਾਊਂਟੈਂਟ ਆਪਣੇ ਕੋਲ ਹੀ ਰੱਖੇਗਾ। ਉਹ ਰਿਪੋਰਟ ਉਹਨੂੰ ਪ੍ਰੈਜ਼ੈਂਟ ਕਰਨੀ ਪੈਂਦੀ ਹੈ ਆਪਣੇ ਬੋਰਡ ਆਫ ਡਾਇਰੈਕਟਰਸ ਨੂੰ, ਆਪਣੀ ਕੰਪਨੀ ਦੇ ਹੋਲਡਰਸ ਨੂੰ। ਉਹ ਕਿਸ ਤਰ੍ਹਾਂ ਅਰੇਂਜ ਕਰੇਗਾ, ਬਾਰ ਗ੍ਰਾਫ ਦੇ ਨਾਲ ਕਰੇਗਾ, ਡਾਇਗਰਾਮਸ ਦੇ ਨਾਲ ਕਰੇਗਾ, ਪਾਈ ਚਾਰਟ ਦੇ ਨਾਲ ਕਰੇਗਾ, ਇਹ ਕਿਸ ਤਰ੍ਹਾਂ ਰਿਕਾਰਡ ਕਰੇਗਾ ਉਸ ਚੀਜ਼ ਨੂੰ, ਹਾਊ ਟੂ ਪ੍ਰੈਜ਼ੈਂਟਡ ਦੇਅਰ ਐਕਚੁਅਲ ਟ੍ਰਾਂਜੈਕਸ਼ਨ ਬੀਂਗ ਰਿਕਾਰਡਡ ਇਨ ਦੀ ਬੁੱਕਸ ਆਫ ਅਕਾਊਂਟੈਂਸੀ। ਉਸਨੇ ਅਕਾਊਂਟੈਂਸੀ ਨੂੰ ਕਿਵੇਂ ਰਿਕਾਰਡ ਕੀਤਾ ਹੋਏਗਾ, ਉਸ ਵੇ ਨੂੰ ਅਸੀਂ ਕੀ ਬੋਲਦੇ, ਇੱਕ ਆਰਟ ਵੇ ਬੋਲਦੇ ਹਾਂ। ਮਤਲਬ ਕਿ ਡੇਟਾ ਨੂੰ ਪ੍ਰੈਜ਼ੈਂਟ ਕਰਨਾ, ਫਾਈਨੈਂਸ਼ੀਅਲ ਕਰੈਕਟਰ ਦੇ ਵਿੱਚ ਪ੍ਰੈਜ਼ੈਂਟ ਕਰਨਾ, ਦੈਟਸ ਕੋਲਡ ਅ ਆਰਟ। ਮਤਲਬ ਕਿ ਇਸ ਦੋਨੋਂ ਚੀਜ਼ਾਂ ਆਉਣਗੀਆਂ। ਸਾਇੰਸ ਸਾਡੇ ਵਾਸਤੇ ਇੱਕ ਆਰਟ ਵੀ ਹੈ ਔਰ ਸਾਇੰਸ ਸਾਡੇ ਵਾਸਤੇ ਕੀ ਇੱਕ, ਮਤਲਬ ਸਾਇੰਸ ਸਾਡਾ ਅਕਾਊਂਟਿੰਗ ਸਾਡੇ ਵਾਸਤੇ ਆਰਟ ਵੀ ਹੈ, ਅਕਾਊਂਟਿੰਗ ਸਾਡੇ ਵਾਸਤੇ ਕੀ ਆਰਟ ਵੀ ਹੈ। ਤਾਂ ਹੁਣ ਤੁਹਾਡੇ ਸਾਹਮਣੇ ਆਪਸ਼ਨ ਕੀ ਬਣਦੀ ਹੈ, ਸਾਇੰਸ ਔਰ ਆਰਟ ਦੋਨੋਂ ਆਏਗੀ। ਤਾਂ ਆਪਸ਼ਨ ਦੇ ਕੋਲ ਇੱਕ ਆਪਸ਼ਨ ਹੀ ਬਣੇਗੀ ਤੁਹਾਡੀ, ਉਹ ਤੁਹਾਡੀ ਆਪਸ਼ਨ ਕਿਹੜੀ ਹੈ, C ਆਪਸ਼ਨ ਹੈ, ਜੋ ਸਾਡੇ ਵਾਸਤੇ ਕੀ ਹੈ ਬੋਥ A ਐਂਡ B। ਨੈਕਸਟ ਆਓ, ਅਗਲਾ ਕੁਐਸਚਨ ਹੈ ਪਰਪਸ ਆਫ ਅਕਾਊਂਟਿੰਗ। ਜੋ ਅਕਾਊਂਟਿੰਗ ਦਾ ਮੇਨ ਉਹਦੇ ਵਾਸਤੇ ਉਦੇਸ਼ ਹੁੰਦਾ ਹੈ ਇਜ਼ ਟੂ ਪ੍ਰੋਵਾਈਡ ਫਾਈਨੈਂਸ਼ੀਅਲ ਇਨਫੋਰਮੇਸ਼ਨ। ਹੁਣ ਤੁਹਾਡੇ ਸਾਹਮਣੇ ਨਾ ਅਗਰ ਮੈਂ ਗੱਲ ਕਰਾਂ ਇੱਥੇ ਇੱਕ ਪਰਪਸ ਨੂੰ ਅਗਰ ਮੈਂ ਦੱਸਾਂ, ਇੱਥੇ ਯੂਜ਼ਰਸ ਵੀ ਲਿਖ ਸਕਦੇ ਆ। ਮਤਲਬ ਕਿ ਇੱਕ ਯੂਜ਼ਰਸ ਮਤਲਬ ਹੁੰਦਾ ਜਿਹੜੇ ਅਕਾਊਂਟਿੰਗ ਨੂੰ ਯੂਜ਼ ਕਰਦੇ ਨੇ। ਦੋ ਬੰਦੇ ਹੁੰਦੇ ਨੇ ਸਾਡੇ ਵਾਸਤੇ, ਇੱਕ ਤੁਹਾਡੇ ਵਾਸਤੇ ਹੁੰਦੇ ਇੰਟਰਨਲ ਯੂਜ਼ਰਸ, ਇੱਕ ਹੁੰਦਾ ਤੁਹਾਡੇ ਵਾਸਤੇ ਇੰਟਰਨਲ ਯੂਜ਼ਰਸ, ਇੱਕ ਤੁਹਾਡੇ ਵਾਸਤੇ ਹੁੰਦੇ ਨੇ ਐਕਸਟਰਨਲ। ਇੰਟਰਨਲ ਮਤਲਬ ਹੁੰਦਾ ਹੈ ਕੰਪਨੀ ਦੇ ਅੰਦਰਲੇ ਬੰਦੇ, ਐਕਸਟਰਨਲ ਹੁੰਦਾ ਕੰਪਨੀ ਦੇ ਬਾਹਰਲੇ ਬੰਦੇ। ਅਗਰ ਮੈਂ ਅੰਦਰਲੇ ਬੰਦੇ ਦੀ ਗੱਲ ਕਰਾਂ ਤਾਂ ਉਹਦੇ 'ਚ ਕੌਣ ਆ ਜਾਂਦੇ ਨੇ, ਬੋਰਡ ਆਫ ਡਾਇਰੈਕਟਰਸ ਆ ਜਾਂਦੇ ਨੇ, ਈਵਨ ਕਿ ਕੰਪਨੀ ਦੇ ਅੰਦਰਲੇ ਵਰਕਰਸ ਵੀ ਆ ਜਾਂਦੇ ਨੇ। ਠੀਕ ਹੈ, ਈਵਨ ਕਿ ਕੰਪਨੀ ਦੇ ਅੰਦਰਲੇ ਇੰਪਲੋਈਜ਼ ਵੀ ਆ ਜਾਂਦੇ ਨੇ, ਸਾਰੇ ਆ ਜਾਂਦੇ ਜੋ ਅੰਦਰ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ ਨੇ। ਹੁਣ ਅਗਰ ਮੈਂ ਗੱਲ ਕਰਾਂ ਇਸ ਫਾਈਨੈਂਸ਼ੀਅਲ ਕਰੈਕਟਰਸ ਨੂੰ, ਇਸ ਫਾਈਨੈਂਸ਼ੀਅਲ ਰਿਪੋਰਟ ਨੂੰ ਯੂਜ਼ ਕਰਨ ਵਾਸਤੇ ਐਕਸਟਰਨਲ ਬੰਦੇ ਕਿਹੜੇ ਹੁੰਦੇ ਨੇ, ਲਾਈਕ ਗਵਰਨਮੈਂਟ ਹੋ ਗਈ। ਠੀਕ ਹੈ, ਗਵਰਨਮੈਂਟ ਨੇ ਟੈਕਸ ਵਾਸਤੇ ਵੀ ਤੁਹਾਡੀ ਰਿਪੋਰਟਸ ਮੰਗੀਆਂ ਨੇ ਨਾ, ਗਵਰਨਮੈਂਟ ਹੋ ਗਈ। ਈਵਨ ਕਿ ਤੁਹਾਡੇ ਆਪਣੇ ਬਾਹਰਲੇ ਕਹਿੰਦਾ ਮਤਲਬ ਐਕਸਟਰਨਲ ਜੋ ਤੁਹਾਡੇ ਆਪਣੇ ਲਾਈਕ ਕੋਈ ਵੀ ਐਗਜ਼ੀਕਿਊਟਰਸ ਨੇ, ਜਾਂ ਫਿਰ ਕੋਈ ਵੀ ਕ੍ਰੈਡੀਟਰਸ ਨੇ, ਜਾਂ ਕੋਈ ਵੀ ਤੁਹਾਡੇ ਆਪਣੇ ਸਪਲਾਇਰਸ ਨੇ। ਈਵਨ ਕਿ ਬੈਂਕ ਵੀ ਤੁਹਾਡੇ ਤੋਂ ਰਿਪੋਰਟਸ ਮੰਗਦੀ ਹੈ ਵੀ ਕੱਲ੍ਹ ਤੁਹਾਨੂੰ ਅਗਰ ਲੋਨ ਲੈਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਸਾਰੀ ਆਪਣੀ ਰਿਪੋਰਟਸ ਦਿਖਾਉਣੀ ਪੈਣਗੀਆਂ। ਮਤਲਬ ਕਿ ਇਸ ਸਾਰੇ ਦੋਨੋਂ ਕਰੈਕਟਰ ਆਉਣਗੇ। ਫਸਟ ਹੈ ਤਾਂ ਤੁਹਾਡਾ ਇੰਟਰਨਲ ਕਰੈਕਟਰ, ਸੈਕਿੰਡ ਹੈ ਤੁਹਾਡਾ ਆਪਣਾ ਐਕਸਟਰਨਲ ਕਰੈਕਟਰ। ਇੰਟਰਨਲ ਦੇ ਵਿੱਚ ਜੋ ਕੰਪਨੀ ਦੇ ਅੰਦਰਲੇ ਬੰਦੇ ਹੁੰਦੇ ਨੇ, ਐਕਸਟਰਨਲ ਦੇ ਵਿੱਚ ਜੋ ਤੁਹਾਡੇ ਆਪਣੇ ਬਾਹਰਲੇ ਬੰਦੇ ਹੁੰਦੇ ਨੇ। ਠੀਕ ਹੈ ਜੀ, ਲਾਈਕ ਅਗਰ ਤੁਹਾਡੇ ਸਾਹਮਣੇ ਮੈਂ ਗੱਲ ਕਰਾਂ ਤਾਂ ਕੁਐਸਚਨ ਇਹੀ ਬਣਦਾ ਹੈ
कि पर्पस ऑफ अकाउंटिंग इज प्रोवाइड फाइनैशियल इन्फॉर्मेशन ਜਿਹੜੀ ਤੁਹਾਡੀ ਆਪਣੀ ਫਾਈਨੈਂਸ਼ੀਅਲ ਅਕਾਊਂਟ ਤੁਹਾਡੀ ਰਿਕਾਰਡਿੰਗ ਕੀਤੀ ਹੈ ਫਾਈਨੈਂਸ਼ੀਅਲ ਕਰੈਕਟਰ ਸੀ ਪੈਸੇ ਦੇ ਲੈਣ ਦੇਣ ਜੋ ਵੀ ਤੁਹਾਨੇ ਆਪਣੀ ਰਿਕਾਰਡਿੰਗਸ ਕੀਤੀਆਂ ਨੇ ਤਾਂ ਉਹਦੇ ਵਾਸਤੇ ਉਹ ਇਨਫੋਰਮੇਸ਼ਨ ਕਿੰਨੇ ਲੋਕਾਂ ਵਾਸਤੇ ਬੈਨੀਫਿਟ ਦਿੰਦੀ ਹੈ ਤਾਂ ਆਪਸ਼ਨ ਹੈ ਬੋਰਡ ਆਫ ਡਾਇਰੈਕਟਰਸ ਸੈਕੰਡ ਹੈ ਟੈਕਸ ਅਥਾਰਟੀ ਮੈਂ ਉਰੇ ਲਿਖਦਾ ਜਾਣਾ ਇਹ ਸਾਡੇ ਵਾਸਤੇ ਐਕਸਟਰਨਲ ਯੂਜ਼ਰਸ ਨੇ ਉਹ ਜਾਂ ਫਿਰ ਇੰਟਰਨਲ ਯੂਜ਼ਰਸ ਨੇ ਤਾਂ ਬੋਰਡ ਆਫ ਡਾਇਰੈਕਟਰ ਸਾਡੇ ਵਾਸਤੇ ਇੰਟਰਨਲ ਯੂਜ਼ਰਸ ਨੇ टैक्स अथॉरिटी बाहरले बंदे जिन्होंने गवर्नमेंट बोलते हैं ठीक है लाइक इतने मैं लिखी देना कि एक्सटर्नल यूजर्स होंगे साढ़े वास्ते इन्वेस्टर जो कंपनी उत्ते इन्वेस्ट करते हैं कंपनी के शेयर्स में परचेज करते हैं ये साढ़े वास्ते कंपनी के इंटरनल यूजर्स ने या बाहरले ने वो पता लगता कि कंपनी के अकॉर्डिंग शेयर होल्डर्स केड़े केड़े ने ईवन कि अगर मैं उत्ते ऑप्शन के अकॉर्डिंग जावां तो कल्ला सिर्फ उन्होंने सानू इन्वेस्टर्स किया हुआ है तो मेरे वास्ते की होंगे एक्सटर्नल यूजर्स होंगे शेयर होल्डर साढ़े अंदरले भी होंगे ने बाहरले भी मोस्ट प्रोबेबली असीं इन्हां नूं अपना एक तरह की कंपनी की एसेट्स मानते हैं तो साढ़े वास्ते की होंगे इंटरनल यूजर्स होंगे हुण ऑप्शन के अकॉर्डिंग ये भी बनती है ये भी बनता है ये भी बनता है ये भी बनता है तो ऑप्शन इको ही लाइक करेगी जो साढ़े वास्ते की है जो बहुत ज़्यादा वो क्लोज्ड है साढ़े वास्ते की है ऑल ऑफ अबव है उस तो बाद नैक्सट क्वेश्चन है विच ऑफ द फॉलोइंग द यूजर्स ऑफ अकाउंटिंग हुण साढ़े वास्ते यूजर्स कौन होंगे अकाउंटिंग के ये तो ऑलरेडी आप उपर गल कर चुके हैं इंटरनल यूजर्स भी होंगे ने एक्सटर्नल भी होंगे ने तो फर्स्ट ऑप्शन बनती है तुहाडी अपनी शेयर होल्डर सैकेंड ऑप्शन बनते थोड़ी ऊपर दस किया है थोनों कि ऑप्शन ने क्राइटर हो गया लेबर होगी या ऑल ऑफ अबव हो गया तो देखो थोड़े सामने हम ऑप्शन इको ही बहुत ज़्यादा क्लोज्ड है ऑल ऑफ अबव की ऑप्शन बहुत ज़्यादा क्लोज्ड है क्योंकि क्राइटर साढ़े वास्ते एक्सटर्नल यूजर्स होंगे ने और लेबर साढ़े वास्ते एक्सटर्नल भी होंगी है और साढ़े वास्ते इंटरनल भी होंगी है ये दोनों ही होंगे ने यानी कि साढ़े वास्ते ऑप्शन ही दो ही ने इंटरनल एक्सटर्नल तो बहुत ज़्यादा क्लोज वन मैं ऑप्शन के उत्ते टिक मार करूँगा ऑप्शन है थोड़े वास्ते ऑल ऑफ अबव ठीक है बेटे मैं बार बार कह रहा एक एक चीज़ जो दिमाग च घूमती पई है पूछते जाइयो ताकि बाद थोड़ा प्रॉब्लम आवे लेकिन जो बच्चे सिर्फ और सिर्फ इस चीज़ को लैके चलते हैं भी हाँ तैयारी हो जानी है लेकिन तैयारी नहीं हो पाती सिलेबस बहुत ज़्यादा मैं जिवें कि अपनी पहली वीडियोस में दस्सिया सीगा बिजनेस स्टडी का पेपर बहुत ज़्यादा ये टिपिकल क्वेश्चन घुमा के पूछे जाते हैं ईवन कि हुण तां रीडिंग कंप्रीहेंशन भी आन लग गई है 2 रीडिंग कंप्रीहेंशन आंदियां ने और तुहानूं क्वेश्चन लभ के आंसर टिक मार करने पैंदे ने वो बहुत ज़्यादा इंपॉर्टेंट है ध्यान रखना ठीक है उस तो बाद जिन्होंने तुसीं केस स्टडीज़ भी बोल सकते हो सैवंथ क्वेश्चन आंदा है विच ऑफ द फॉलोइंग इज करैक्ट इक्वेशन हुण किहड़ी इक्वेशन करैक्ट है पहली गल तो कई बच्चों ने भी नहीं पता हुंदा साडे पास एसिड्स की हुंदियां ने लाइबिलिटीज़ की हुंदियां ने और कैपिटल की हुंदी है इस चीज़ के बारे जो दसना है बहुत ज़्यादा डिटेल दे विच क्वेश्चंस ने और तुहाडे नाल अगली वीडियो दे विच मैं प्रेजेंट करूँगा ठीक है पहली गल तो जो एसिड्स हुंदे साडे वास्ते संपत्ति हुंदी है ठीक है जो एसिड साडे वास्ते हुंदे संपत्ति हुंदी है हुण बिजनेस वास्ते संपत्ति किहड़ी होणगियां बिजनेस रखी हुई चीज़ां लाइक मशीनरी हो गया ऑफिस इक्विपमेंट्स हो गए हैं ठीक है लाइक प्लॉट हो चुकी है लैंड हो चुकी है जो कंपनी ने अपने अपने पैसे में चीज़ खरीदी हुई है वो साढ़े वास्ते की एक एसिड्स का काम करती है और लाइबिलिटीज़ की होंगी है जो साड़ी देनदारी साड़ी ओबलीगेशनस नूं असीं की बोलते हैं लाइबिलिटीज़ बोलते हैं ओबलीगेशन टूवर्ड्स द इंटरनल यूजर्स लाइबिलिटी साड़ी अंदरले बंदे वालों दी दित्ती जाती है लाइबिलिटी साढ़े वास्ते बाहरले बंदे वास्ते भी हो सकती है जो भी देनदारी बिजनेस ते खड़ी है या पेएबल करनी है वो साढ़े वास्ते लाइबिलिटी होंगी है कैपिटल तुहानूं पता है जिन्हें असीं अपना बिजनेस स्टार्ट करते हैं बीइंग अ स्टार्टअप ऑफ देयर इनकम के बिना जो भी असीं बिजनेस स्टार्ट करते हैं वो साढ़े वास्ते एक कैपिटल का काम करती है हुण अगर मैं फॉर्मूला के अकॉर्डिंग जावां तेरे टोटल 3 फॉर्मूलाज बनते रहे ठीक है लेकिन ऑप्शन के अकॉर्डिंग सिर्फ साढ़े 2 ही देखने हैं मतलब कि ऑप्शन के अकॉर्डिंग सानूं सही वाला देखना है क्वेश्चन पूछा गया करैक्ट केड़ा है सानूं करैक्ट वाला देखना है तो फर्स्ट ऑप्शन बनती है एसिड इज इक्वल टू लायबिलिटी प्लस कैपिटल जो मेरे अकॉर्डिंग सही है सैकेंड बनता तुहाडा अपना एसिड इज इक्वल टू कैपिटल माइनस लायबिलिटी लेकिन देखो ध्यान नाल कई बार ना बच्चे दे पजल हो जाता है इत्थे प्लस है इत्थे माइनस है तो सामने देख लिया भी ऊपर वाला सही है तो ऑब्वियस है सैकेंड ऑप्शन साढ़े वास्ते की होगी रोंग ही होएगी थर्ड ऑप्शन की है कैपिटल इज इक्वल टू एसिड्स माइनस लायबिलिटी हुण ये फॉर्मूला किवें जनरेट होया हैगा जे कैपिटल मैं इधरले पासे रख भी देना है ना देखो तुहानूं क्या सी ना कि लायबिलिटी प्लस कैपिटल जे कैपिटल में इधरले पासे रखना तो लायबिलिटी उधर रख की हो जाएगी माइनस की हो जाएगी तो आंसर साढ़े वास्ते ए भी सही है तो कैपिटल इज इक्वल टू एसिड माइनस लायबिलिटी हुण क्वेश्चन के अकॉर्डिंग 2 ऑप्शन तो कई बार सही नहीं हो सकदियां तो ਜਿਹੜਾ क्लोज्ड वन होएगा साढ़े वास्ते वही साਡਾ आंसर होएगा बोथ ए एंड सी जो मेरा ऑप्शन बनती है ए वाली डी ऑप्शन है जो बोथ ए एंड सी को प्रेजेंट करती है ऑप्शन दोनों ही सही ने एसिड इज इक्वल टू लायबिलिटी प्लस कैपिटल और सही ऑप्शन है थोड़ी कैपिटल इज इक्वल टू एसिड माइनस लायबिलिटी ठीक है जी नेक्स्ट अगला पॉइंट है फ्यूचर अकाउंटिंग इज प्रिपरेशन ऑफ अकाउंटिंग जनरली ऑन विच बेसिक मतलब की है ਜਿਹੜੀ फाइनैशियल करैक्टर ਅਸੀਂ बिजनेस रिकॉर्ड करते हैं है ना
ਜਿਹੜੀ ਫਾਈਨੈਂਸ਼ੀਅਲ ਕਰੈਕਟਰ ਬਿਜ਼ਨਸ ਵਿੱਚ ਰਿਕਾਰਡ ਕੀਤੀ ਜਾਂਦੀ ਹੈ ਉਹ ਕਾਹਦੇ ਵਾਸਤੇ ਪ੍ਰੇਪੇਅਰ ਕੀਤੀ ਜਾਂਦੀ ਹੈ। ਤਾਂ ਆਪਸ਼ਨ ਹੈ ਐਕਰੂਅਲ ਬੇਸਿਸ। ਪਹਿਲੀ ਗੱਲ ਐਕਰੂਅਲ ਦਾ ਮਤਲਬ ਕੀ ਹੁੰਦਾ ਹੈ, ਜਿਹਦੇ ਵਿੱਚ ਐਕਰੂਅਲ ਦੇ ਵਿੱਚ ਹੁੰਦਾ ਹੈ ਅਸੀਂ ਕੈਸ਼ ਦੀ ਰਿਕਾਰਡਿੰਗ ਵੀ ਕਰਦੇ ਹਾਂ, ਜਾਂ ਈਵਨ ਕਹਿਣ ਦਾ ਮਤਲਬ ਕੈਸ਼ ਛੱਡੋ, ਐਕਰੂਅਲ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਅਸੀਂ ਸਿਰਫ ਉਧਾਰ ਦੀ ਐਂਟਰੀ ਕਰਦੇ ਹਾਂ, ਕ੍ਰੈਡਿਟ ਬੇਸ ਤੇ ਐਂਟਰੀ ਕੀਤੀ ਜਾਂਦੀ ਨੇ। ਉਹ ਪੁੱਛਦਾ ਕਿ ਆਪਸ਼ਨ ਦੇ ਵਿੱਚ ਕੁਐਸਚਨ ਦੇ ਵਿੱਚ ਕੀ ਪੁੱਛ ਰਿਹਾ ਕਿ ਜਿਹੜੀ ਫਾਈਨੈਂਸ਼ੀਅਲ ਤੁਹਾਡੀ ਆਪਣੀ ਅਕਾਊਂਟਿੰਗ ਹੈ ਕਿਸ ਵਾਸਤੇ ਪ੍ਰੇਪੇਅਰ ਕੀਤੀ ਜਾਂਦੀ ਹੈ, ਕ੍ਰੈਡਿਟ ਵਾਸਤੇ ਵੀ ਕਿੰਨਾ ਉਧਾਰ ਰਹਿ ਗਿਆ, ਨਹੀਂ। ਜਿਹੜੀ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਸਾਨੂੰ ਪੋਜੀਸ਼ਨ ਦਾ ਦੱਸਦੀ ਹੈ। ਪੋਜੀਸ਼ਨ ਮਤਲਬ ਸਾਡੀ ਬਾਜ਼ਾਰ 'ਚ ਗੁੱਡਵਿਲ ਕਿਸ ਤਰ੍ਹਾਂ ਦੀ ਹੈ, ਸਾਨੂੰ ਕਿੰਨਾ ਕਿੰਨਾ ਪੈਸਾ ਲੈਣਾ, ਕਿੰਨਾ ਕਿੰਨਾ ਪੈਸਾ ਦੇਣਾ ਹੈ, ਆਉਣ ਵਾਲੇ ਟਾਈਮ ਦੀ ਗੱਲ ਕੀਤੀ ਜਾਂਦੀ ਹੈ। ਤਾਂ ਹੁਣ ਦੇਖੋ ਐਕਰੂਅਲ ਬੇਸਿਸ ਦੀ ਗੱਲ ਤਾਂ ਕੀਤੀ ਜਾ ਨਹੀਂ ਸਕਦੀ, ਕਿਉਂਕਿ ਜਿਹੜੀ ਫਾਈਨੈਂਸ਼ੀਅਲ ਕਰੈਕਟਰ ਹੈ ਅਗਰ ਰੋਜ਼ ਦੀ ਰੋਜ਼ ਰਿਕਾਰਡ ਕੀਤੀ ਜਾਂਦੀ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਲੱਗ ਜਾਊਗੀ। ਹਿਸਟੋਰੀਕਲ ਬੇਸਿਸ ਹੁੰਦਾ ਪਾਸਟ ਟਾਈਮ ਵਾਸਤੇ ਰਿਕਾਰਡ ਕੀਤੀ ਜਾਂਦੀ ਹੈ, ਨਹੀਂ। ਤਾਂ ਅਸੀਂ ਹਮੇਸ਼ਾ ਜਿਹੜੀ ਸਾਡੀ ਆਪਣੀ ਫਿਊਚਰ ਦੇ ਵਾਸਤੇ ਰਿਕਾਰਡ ਕੀਤੀ ਜਾਂਦੀ ਹੈ ਫਾਈਨੈਂਸ਼ੀਅਲ ਕਰੈਕਟਰ ਨੂੰ, ਮਤਲਬ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ, ਤਾਂ ਕਿ ਇਨ ਫਿਊਚਰ ਵਿੱਚ ਕੱਲ੍ਹ ਅਗਰ ਕੋਈ ਟੈਕਸ ਦੀ ਰਿਬੇਟ ਵੀ ਮਿਲ ਜਾਂਦੀ ਹੈ, ਟੈਕਸ ਉੱਤੇ ਕੁਝ ਵੀ ਅਗਰ ਸਾਨੂੰ ਮਤਲਬ ਕਿ ਕੋਈ ਵੀ ਡਿਸਕਾਊਂਟ ਮਿਲ ਜਾਂਦਾ ਕਿਸੇ ਵੀ ਚੀਜ਼ ਦੇ ਉੱਤੇ, ਪ੍ਰੋਡਕਟ ਦੇ ਉੱਤੇ, ਜਾਂ ਫਿਰ ਅਸੀਂ ਈਵਨ ਕਿ ਕੱਲ੍ਹ ਲੋਨ ਵੀ ਲੈਣਾ ਹੈ, ਤਾਂ ਫਾਈਨੈਂਸ਼ੀਅਲ ਕਰੈਕਟਰ ਨੂੰ ਫਿਊਚਰ ਦੇ ਵਾਸਤੇ ਪਹਿਲਾਂ ਹੀ ਪ੍ਰੀਪੇਅਰ ਕਰਨਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਵੀ ਅਨਸਰਟੇਨਟੀ ਨਾ ਕਰਨੀ ਪਵੇ, ਫੇਸ ਨਾ ਕਰਨੀ ਪਵੇ। ਤਾਂ ਉਸ ਵਾਸਤੇ ਸਾਨੂੰ ਇਹ ਫਾਈਨੈਂਸ਼ੀਅਲ ਕਰੈਕਟਰ ਜਿਹੜੇ ਸਾਡੇ ਆਪਣੇ ਫਾਈਨੈਂਸ਼ੀਅਲ ਰਿਕਾਰਡਿੰਗ ਰਿਕਾਰਡ ਕਰਨੀ ਪੈਂਦੀ ਹੈ ਬਿੰਗ ਦਾ ਸਿੰਗ ਆਫ ਦੀ ਫਿਊਚਰ, ਤਾਂ ਕਿ ਅਸੀਂ ਫਿਊਚਰ ਨੂੰ ਪ੍ਰੋਪਰ ਬੇਸ ਤੇ ਦੇਖ ਸਕੀਏ। ਠੀਕ ਹੈ ਜੀ। ਨੈਕਸਟ ਫੋਰਥ 9th ਕੁਐਸਚਨ ਹੈ ਜੋ ਰਿਪੀਟਡ ਕੁਐਸਚਨ ਹੈ ਵਿਚ ਇਜ਼ ਦੀ ਕਰੈਕਟ ਪੁੱਛਿਆ ਗਿਆ ਹੈ। ਤਾਂ ਓਬਵੀਅਸ ਹੈ ਉੱਪਰ ਤੁਸੀਂ ਕਰਕੇ ਆਏ ਹੋ ਕੈਪੀਟਲ ਇਜ਼ ਇਕੁਅਲ ਟੂ ਐਸਿਡ ਪਲਸ ਲਾਇਬਿਲਿਟੀ, ਜੋ ਗਲਤ ਹੈ। ਠੀਕ ਹੈ। ਉਸ ਤੋਂ ਬਾਅਦ ਇੱਥੇ ਮਾਈਨਸ ਹੋਣਾ ਜ਼ਰੂਰੀ ਸੀ ਤਾਂ ਆਪਸ਼ਨ ਸਹੀ ਹੋ ਜਾਂਦੀ। ਬੀ ਆਪਸ਼ਨ ਹੈ ਕੈਪੀਟਲ ਇਜ਼ ਇਕੁਅਲ ਟੂ ਨੈਟ ਐਸਿਡਸ, ਜੋ ਗਲਤ ਹੈ। ਸੀ ਆਪਸ਼ਨ ਤੁਹਾਡੇ ਵਾਸਤੇ ਲਿਬਿਲਿਟੀ ਸੀ ਕੈਪੀਟਲ ਮਾਈਨਸ ਐਸਿਡਸ, ਜੋ ਤੁਹਾਡੇ ਵਾਸਤੇ ਸਹੀ ਹੈ। ਔਰ ਡੀ ਆਪਸ਼ਨ ਹੈ ਤੁਹਾਡੇ ਵਾਸਤੇ ਨਨ ਆਫ ਦੀਸ ਨਹੀਂ ਹੋ ਸਕਦੀ, ਕਿਉਂਕਿ ਆਪਸ਼ਨ ਸੀ ਸਾਡੇ ਵਾਸਤੇ ਕਰੈਕਟ ਹੈ, ਜੋ ਸਾਡੇ ਵਾਸਤੇ ਕੀ ਹੈ ਲਿਬਿਲਿਟੀ ਇਜ਼ ਇਕੁਅਲ ਟੂ ਕੈਪੀਟਲ ਮਾਈਨਸ ਐਸਿਡਸ। ਹੁਣ 10th ਕੁਐਸਚਨ ਦੇ ਵਿੱਚ 9th ਕੁਐਸਚਨ ਦਾ ਜਿਹੜਾ ਫਾਰਮੂਲਾ ਤੁਹਾਡਾ ਆਇਆ ਲਿਬਿਲਿਟੀ ਇਜ਼ ਇਕੁਅਲ ਟੂ ਕੈਪੀਟਲ ਮਾਈਨਸ ਐਸਿਡਸ, ਉਸ ਨਾਲ ਦੇ ਤੁਹਾਡੇ ਸਾਹਮਣੇ ਮੈਂ ਇੱਕ ਨਿਊਮੈਰੀਕਲ ਕੁਐਸਚਨ ਲੈ ਕੇ ਪੇਸ਼ ਹੋਇਆ, ਜਿਹਦੇ ਕੁਐਸਚਨ 'ਚ ਪੁੱਛਿਆ ਕੀ ਗਿਆ ਹੈ। ਕੁਐਸਚਨ ਨੰਬਰ 10th ਇਨ ਵਿਚ ਆਫ ਦੀ ਫੋਲੋਇੰਗ ਕੇਸਿਸ, ਨੀਚੇ ਦਿੱਤੇ ਹੋਏ ਕੇਸਾਂ ਦੇ ਵਿੱਚ ਇੰਡੀਕੇਟ ਦਾ ਅਲਟਰਨੇਟ, ਕੋਈ ਵੀ ਐਸਾ ਪੁਆਇੰਟ ਚੂਜ਼ ਕਰੋ ਜੋ ਤੁਹਾਡੇ ਵਾਸਤੇ ਕੀ ਹੋਣਾ ਚਾਹੀਦਾ ਹੈ, ਵਿਚ ਯੂ ਕੰਸੀਡਰ ਟੂ ਬੀ ਕਰੈਕਟ, ਜੋ ਸਹੀ ਹੋਣਾ ਜ਼ਰੂਰੀ ਹੈ। ਦੇ ਲਾਇਬਿਲਿਟੀਜ਼ ਆਫ ਦੀ ਫਰਮ, ਹੁਣ ਦੇਖੋ ਤੁਹਾਡੇ ਸਾਹਮਣੇ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਇਆ, ਸਟਾਰਟ ਕੀਤਾ ਹੋਇਆ ਕੁਐਸਚਨ 'ਚ ਸਟਾਰਟ ਕੀਤਾ ਗਿਆ ਲਾਇਬਿਲਿਟੀ ਆਫ ਦੀ ਫਰਮ, ਜਿਹੜੀ ਫਰਮ ਦੀ ਲਾਇਬਿਲਿਟੀ ਹੈ ਉਹ 3000 ਦੀ ਹੈ। ਠੀਕ ਹੈ। ਉਸ ਤੋਂ ਬਾਅਦ ਦੀ ਕੈਪੀਟਲ ਆਫ ਦੀ ਪ੍ਰੋਪਰਾਈਟਰ, ਕੈਪੀਟਲ ਜੋ ਹੈਗੀ ਤੁਹਾਡੇ ਵਾਸਤੇ 7000 ਦੀ ਹੈ। ਠੀਕ ਹੈ। ਕੁਐਸਚਨ ਵਾਲੇ ਨੇ ਸਾਨੂੰ ਲਾਇਬਿਲਿਟੀਜ਼ ਦਿੱਤੀਆਂ 3000 ਦੀਆਂ ਔਰ ਤੁਹਾਨੂੰ ਕੈਪੀਟਲ ਦੇਤੀ ਤੁਹਾਨੂੰ ਆਪਣੀ ਟੋਟਲ 7000 ਦੀ। ਓਬਵੀਅਸ ਹੈ ਦੋ ਕੁਐਸਚਨ ਪੁਆਇੰਟ ਦਿੱਤੇ ਹੋਏ ਨੇ ਤਾਂ ਕਰਨਾ ਕੀ ਹੋਏਗਾ, ਐਸਿਡਸ ਕਰਨਾ ਹੋਏਗਾ। ਫਾਰਮੂਲਾ ਤੁਸੀਂ ਉੱਪਰ ਜਨਰੇਟ ਕਰਕੇ ਆਏ ਹੋ, ਜੋ ਫਾਰਮੂਲਾ ਤੁਹਾਡੇ ਵਾਸਤੇ ਕੀ ਬਣਦਾ ਸੀ ਕੈਪੀਟਲ ਪਲੱਸ ਲਾਇਬਿਲਿਟੀ ਦਾ। ਠੀਕ ਹੈ। ਹੁਣ ਕੁਐਸਚਨ 'ਚ ਕੀ ਕਹਿੰਦਾ ਹੈ ਫਾਈਂਡ ਆਊਟ ਦਾ ਜਾਂ ਫਿਰ ਕੈਲਕੂਲੇਟ ਦਾ ਟੋਟਲ ਐਸਿਡਸ। ਟੋਟਲ ਐਸਿਡਸ ਤੁਹਾਨੂੰ ਕੱਢ ਕੇ ਦਿਖਾਉਣੀਆਂ ਨੇ। 3000 ਦੀ ਲਾਇਬਿਲਿਟੀ ਹੈ, 7000 ਦਾ ਤੁਹਾਡਾ ਆਪਣਾ ਕੈਪੀਟਲ ਹੈ, ਤਾਂ ਓਬਵੀਅਸ ਹੈ ਇੱਕੋ ਚੀਜ਼ ਬਣੇਗੀ, ਤੁਹਾਡਾ ਬਣ ਜਾਏਗਾ 3000 ਪਲੱਸ 7000 ਇਕੁਅਲ ਟੂ 10000। 10000 ਤੁਹਾਡੀ ਕੀ ਆ ਜੂਗੀ, ਤੁਹਾਡੀ ਆਪਣੀ ਐਸਿਡਸ ਆ ਜੂਗੀਆਂ। ਹੁਣ ਤੁਹਾਨੂੰ ਸਭ ਨੂੰ ਪਤਾ ਫਾਰਮੂਲਾ ਇਹ ਜਨਰੇਟ ਹੋਣਾ ਹੈ, ਫਾਰਮੂਲਾ ਘੁੰਮ ਘੁਮਾ ਕੇ ਵੀ ਆ ਸਕਦਾ ਹੈ। ਕੈਪੀਟਲ ਦੀ ਜਗ੍ਹਾ ਤੇ ਐਸਿਡਸ ਹੋ ਸਕਦੀਆਂ ਨੇ, ਜਾਂ ਲਾਇਬਿਲਿਟੀ ਜਗ੍ਹਾ ਤੇ ਐਸਿਡਸ ਹੋ ਸਕਦੀਆਂ ਨੇ। ਪੁੱਛ ਲਊਗਾ ਲਾਇਬਿਲਿਟੀ ਕੱਢ ਕੇ ਦਿਖਾਓ ਜਾਂ ਕੈਪੀਟਲ ਕੱਢ ਕੇ ਦਿਖਾਓ। ਅਗਰ ਫਾਰਮੂਲਾ ਪ੍ਰੋਪਰ ਤਰੀਕੇ ਨਾਲ ਆਉਂਦਾ ਹੋਏਗਾ ਤਾਂ ਤੁਸੀਂ ਇਸ ਨੂੰ ਸੋਲਵ ਵੀ ਕਰ ਸਕਦੇ ਹੋ। ਠੀਕ ਹੈ ਬੇਟੇ। ਯਾਨੀ ਕਿ ਆਪਸ਼ਨ ਬਣੇਗੀ ਤੁਹਾਡੀ ਆਪਣੀ ਬੀ ਆਪਸ਼ਨ, ਜੋ ਕਿੰਨੀ ਅਮਾਊਂਟ ਦੀ ਹੈ 10000 ਦੀ ਹੈ। ਕੁਐਸਚਨ ਨੰਬਰ 12 ਦੇਖੋ, 11th ਦੇਖੋ ਕੀ ਕਹਿੰਦਾ ਹੈ। ਉਸ ਤੋਂ ਬਾਅਦ ਦੀ ਐਸਿਡਸ ਆਫ ਦੀ ਬਿਜ਼ਨਸ, ਕਹਿੰਦੇ ਜਿਹੜੀ ਬਿਜ਼ਨਸ ਦੀ ਐਸਿਡਸ ਨੇ 31 ਮਾਰਚ 1996 1996 ਦੀਆਂ 1996 ਦੀਆਂ ਜੋ ਐਸਿਡਸ ਨੇ ਉਹ ਕਿੰਨੇ ਦੀਆਂ ਨੇ 50000 ਦੀਆਂ। ਆ ਗਏ ਮੇਰੀ ਐਸਿਡਸ 50000 ਦੀਆਂ। ਉਸ ਤੋਂ ਜੋ ਕੈਪੀਟਲ ਹੈ ਜੋ ਮੇਰੇ ਵਾਸਤੇ ਕਿੰਨੇ ਦੀ ਹੈ 35,000 ਦੀ। ਬੁੱਕ ਦੇ ਵਿੱਚ ਕਹਿੰਦਾ ਕੀ ਹੈ 31 ਮਾਰਚ ਨੂੰ ਤੁਹਾਡੀ ਲਾਇਬਿਲਿਟੀਆਂ ਕਿੰਨੀਆਂ ਹੋਣਗੀਆਂ। ਤਾਂ ਫਾਰਮੂਲਾ ਓਬਵੀਅਸ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ। ਜੋ ਫਾਰਮੂਲਾ ਸਾਡੇ ਵਾਸਤੇ ਕੀ ਬਣਦਾ ਹੈ, ਜਾਂ ਤਾਂ ਫਾਰਮੂਲਾ ਬਣੇਗਾ ਐਸਿਡਸ ਇਕੁਅਲ ਟੂ ਲਾਇਬਿਲਿਟੀ ਪਲੱਸ ਕੈਪੀਟਲ, ਇਹ ਜਨਰੇਟ ਕਰ ਸਕਦੇ ਹੋ, ਸਿੱਧਾ ਹੀ ਆਪਸ਼ਨ ਹੈ ਕਿਉਂਕਿ ਐਸਿਡਸ ਦਿੱਤੀ ਹੋਈਆਂ ਨੇ 50000 ਦੀਆਂ। ਉਸ ਤੋਂ ਬਾਅਦ ਲਾਇਬਿਲਿਟੀ ਮੈਨੂੰ ਫਾਈਂਡ ਆਊਟ ਕਰਨੀ ਪਈ ਹੈ, ਕੈਪੀਟਲ ਮੈਨੂੰ ਪਤਾ ਹੀ ਹੈ 35000 ਦੀ। ਹੁਣ 35000 ਹੁਣ ਅਗਰ ਲਾਇਬਿਲਿਟੀ ਕੱਢਣੀ ਹੈ ਤਾਂ ਕੈਪੀਟਲ ਨੂੰ ਇੱਧਰ ਮਾਈਨਸ ਤੇ ਲੈ ਕੇ ਆਉਣਾ ਪਏਗਾ। 50000 ਮਾਈਨਸ 35000 ਯਾਨੀ ਕਿ ਲਾਇਬਿਲਿਟੀ ਕਿੰਨੀ ਦੀ ਆਗੂ ਤੁਹਾਡੀ ਆਪਣੀ 15000 ਦੀ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਜੇ ਫਾਰਮੂਲਾ ਅੱਛੇ ਤਰੀਕੇ ਨਾਲ ਜਨਰੇਟ ਕੀਤਾ ਹੋਏਗਾ ਤਾਂ ਤੁਹਾਡਾ ਆਨਸਰ ਸਾਹਮਣੇ ਫਾਈਂਡ ਆਊਟ ਹੋ ਜਾਏਗਾ। ਹੁਣ ਆਪਸ਼ਨ ਕਰਨੀ ਚੱਲਦੇ ਆ ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਲਾਇਬਿਲਿਟੀ ਫਾਈਂਡ ਆਊਟ ਕਰਕੇ ਦਿਖਾਣੀ ਹੈ, ਤਾਂ ਆਪਸ਼ਨ ਦੇ ਅਕੋਰਡਿੰਗ ਆਨਸਰ ਤੁਹਾਡੇ ਸਾਹਮਣੇ ਹੈ। ਤਾਂ ਆਨਸਰ ਕੀ ਆਏਗਾ ਤੁਹਾਡਾ ਆਪਣਾ 15000, ਜੋ ਕਿੰਨੇ ਦਾ ਆਨਸਰ ਹੈ ਤੁਹਾਡਾ ਆਪਣਾ 15000 ਦਾ, ਕਿਉਂਕਿ 35000 ਦੇ ਵਿੱਚੋਂ 50000 ਜਾਂ 35000 ਚ ਮਾਈਨਸ ਕੀਤਾ ਤਾਂ ਕਿੰਨਾ ਬਣ ਗਿਆ ਤੁਹਾਡਾ ਆਪਣਾ 15000। ਠੀਕ ਹੈ ਜੀ। ਨੈਕਸਟ
अगला पॉइंट है क्वेश्चन है 12th क्वेश्चन पेटेंट राइट्स अकाउंट्स ऑफ द नेचर ऑफ। ਹੁਣ पेटेंट ਕੀ ਹੁੰਦੇ ਨੇ? ਪਹਿਲੀ ਗੱਲ ਤਾਂ ਰਾਈਟਸ ਕੀ ਹੁੰਦੇ ਨੇ, ਮਤਲਬ ਕੁਝ ਐਸਿਡਸ ਹੁੰਦੀਆਂ ਨੇ ਸਾਡੇ ਵਾਸਤੇ ਜੋ ਇੰਟੈਂਜੀਬਲ ਫਾਰਮ 'ਚ ਪਾਈ ਜਾਂਦੀਆਂ ਨੇ। ਲਾਈਕ ਕੋਈ ਕੰਪਿਊਟਰ ਸੌਫਟਵੇਅਰ ਤੋਂ ਤੁਸੀਂ ਪੇਟੈਂਟ ਲੈ ਲੈਂਦੇ ਹੋ, ਠੀਕ ਹੈ। ਬਹੁਤੀ ਦੂਰ ਨਹੀਂ ਜਾਂਦਾ, ਸਾਹਮਣੇ ਅਰੋਮਾ ਦੇਖਿਆ ਹੋਇਆ ਚੰਡੀਗੜ੍ਹ ਦਾ, ਆਈ ਹੋਪ ਕਿ ਦੇਖਿਆ ਹੋਏਗਾ। ਉਸ ਅਰੋਮਾ ਦਾ ਜੋ ਏ ਹੈ ਉਸ ਬੰਦੇ ਨੇ ਉਸ ਉੱਤੇ ਵੀ ਪੇਟੈਂਟ ਦਿੱਤਾ ਹੋਇਆ ਹੈ। ਲਾਈਕ ਤੁਹਾਨੂੰ ਬਹੁਤ ਵਾਰੀ ਐਗਜ਼ਾਮਪਲਾਂ ਸੁਣੀ ਹੋਣਗੀਆਂ, ਤੁਸੀਂ ਮੇਰੇ ਨਾਲ ਕੰਪਲੀਟ ਕਰੋਗੇ ਬਿਜ਼ਨਸ ਲੋ, ਹੈ ਨਾ। ਬਿਜ਼ਨਸ ਲੋ ਦੇ ਵਿੱਚ ਚੀਜ਼ਾਂ ਕਰਨ ਵਾਲੀਆਂ ਨੇ, ਠੀਕ ਹੈ। ਉਹਦੇ ਵਿੱਚ ਬਹੁਤ ਚੀਜ਼ਾਂ ਲਾਈਕ ਤੁਹਾਨੂੰ ਸੁਣਿਆ ਵੀ ਹੋਏਗਾ ਤਾਜ ਮਹਿਲ, ਆਗਰਾ ਕਾ ਤਾਜ ਤੁਹਾਡਾ ਆਪਣਾ ਪੇੜਾ, ਹੈ ਨਾ, ਇਹ ਦੇਖਿਆ ਵੀ ਹੋਏਗਾ। ਉਸ ਚੀਜ਼ ਉੱਤੇ ਜਿੱਥੇ ਅੰਮ੍ਰਿਤਸਰੀ ਪਾਪੜ ਉੱਤੇ ਵੀ ਤੁਹਾਨੇ ਕਈ ਨੇ ਜਿਨ੍ਹਾਂ ਇਹ ਮੈਨੂਫੈਕਚਰਿੰਗ ਕਰਦੇ ਹੋ ਪੇਟੈਂਟ ਲੈ ਲੈਂਦੇ ਨੇ। ਤਾਂ ਜੋ ਸਾਡੇ ਆਪਣੇ ਪਰਸਨਲ ਨੇਚਰ ਦੇ ਨਾਲ ਡਿਪੈਂਡ ਕਰਦੀ ਹੈ। ਇੱਥੇ ਇੱਕ ਵਰਡ ਬੋਲੇ ਮੈਨੇ ਪਰਸਨਲ ਨੇਚਰ। ਤਾਂ ਆਪਸ਼ਨ ਦੇਖੋ ਕੀ ਹੈ ਤੁਹਾਡੇ ਵਾਸਤੇ। ਇੱਕ ਨੋਮੀਨਲ ਅਕਾਊਂਟ ਹੁੰਦਾ ਹੈ, ਪਰਸਨਲ ਅਕਾਊਂਟ ਹੁੰਦਾ ਹੈ, ਰੀਅਲ ਅਕਾਊਂਟ ਹੁੰਦਾ ਹੈ। ਇਹਨਾਂ ਤਿੰਨਾਂ ਚੀਜ਼ਾਂ ਦੀ ਗੱਲ ਮੈਂ ਤੁਹਾਡੇ ਨਾਲ ਆਪਣੀ ਨੈਕਸਟ ਵੀਡੀਓ 'ਚ ਲੈ ਕੇ ਪ੍ਰੈਜ਼ੈਂਟ ਹੋਊਂਗਾ। ਜੋ ਸਾਡੇ ਵਾਸਤੇ ਪਰਸਨਲ ਅਕਾਊਂਟ 'ਚ ਕਿਹੜੀ ਕਿਹੜੀ ਚੀਜ਼ਾਂ ਰੱਖੀ ਜਾਂਦੀਆਂ ਨੇ, ਨੋਮੀਨਲ ਅਕਾਊਂਟ 'ਚ ਕਿਹੜੀ ਰੱਖੀ ਜਾਂਦੀਆਂ ਨੇ, ਰੀਅਲ ਅਕਾਊਂਟ 'ਚ ਕਿਹੜੀਆਂ ਆਉਂਦੀਆਂ ਨੇ। ਅਗਰ ਮੈਂ ਪਿਛਲਾ AL ਕੱਟਦਾ, ਠੀਕ ਹੈ, ਤਾਂ ਮੇਰੇ ਵਾਸਤੇ ਪਰਸਨ ਬਣ ਜੂਗਾ। ਮਤਲਬ ਕਿ ਬੰਦੇ ਦੇ ਨਾਲ ਦੇ ਰਿਲੇਟਿਡ ਖਾਤੇ ਜੋ ਵੀ ਮੇਨਟੇਨ ਕੀਤੇ ਜਾਂਦੇ ਨੇ, ਰਿਕਾਰਡ ਕੀਤੇ ਜਾਂਦੇ ਨੇ ਰਿਲੇਟਿਡ ਟੂ ਦ ਪਰਸਨਸ, ਓਨਲੀ ਪਰਸਨਸ ਦੀ ਗੱਲ ਕੀਤੀ ਹੈ। ਇਹ ਪਰਸਨ ਸਾਡੇ ਵਾਸਤੇ ਦੋ ਹੋ ਸਕਦੇ ਨੇ, ਇੱਕ ਸਾਡੇ ਵਾਸਤੇ ਆਰਟੀਫਿਸ਼ੀਅਲ ਹੁੰਦੇ ਨੇ, ਠੀਕ ਹੈ, ਇੱਕ ਸਾਡੇ ਵਾਸਤੇ ਕੀ ਹੁੰਦੇ ਨੇ, ਨੈਚੁਰਲ ਹੁੰਦੇ ਨੇ, ਠੀਕ ਹੈ। ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਦੋਨਾਂ ਦੇ ਅਗਰ ਅਕਾਊਂਟ ਮੇਨਟੇਨ ਕੀਤਾ ਜਾਊਗਾ ਤਾਂ ਸਾਡੇ ਕਿਹਦੇ 'ਚ ਆਊਗਾ, ਪਰਸਨਲ ਅਕਾਊਂਟ 'ਚ ਆਊਗਾ, ਠੀਕ ਹੈ। ਇਹ ਵੈਸੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲਾ ਅਗਰ AL ਕੱਟਦਾ ਤਾਂ ਸਾਡਾ ਆਪਣਾ ਪਰਸਨ ਬਣ ਜਾਊਗਾ, ਲੇਕਿਨ ਆਪਸ਼ਨ ਕੀ ਹੈ, ਪਰਸਨ ਅਕਾਊਂਟ ਰਿਲੇਟਿਡ ਟੂ ਦ ਪਰਸਨਸ। ਨੈਕਸਟ ਆ ਜੋ ਰੀਅਲ ਅਕਾਊਂਟ ਕੀ ਹੁੰਦਾ ਹੈ। ਹੁਣ ਰੀਅਲ ਅਕਾਊਂਟ ਦੇ ਵਿੱਚ ਨਾਮ ਤੇ ਪਤਾ ਲੱਗਦਾ ਹੈ, ਜਿਸ ਦੇ ਵਿੱਚ ਅਸੀਂ ਐਕਚੁਅਲ ਵਿੱਚ ਰੀਅਲ ਚੀਜ਼ਾਂ ਪਾਉਂਦੇ ਹਾਂ। ਰੀਅਲ ਕਿਹੜੀ ਨੇ, ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਟੱਚ ਨਹੀਂ ਵੀ ਕਰ ਸਕਦੇ, ਠੀਕ ਹੈ, ਉਹ ਚੀਜ਼ਾਂ ਵਿੱਚ ਰੱਖੀ ਜਾਂਦੀਆਂ ਨੇ। ਟੱਚ ਲਾਈਕ ਤੁਹਾਡੇ ਵਾਸਤੇ ਮਸ਼ੀਨਰੀ ਨੂੰ ਟੱਚ ਕਰ ਸਕਦੇ ਹੋ, ਹੈ ਨਾ, ਈਵਨ ਕਿ ਕੈਸ਼ ਨੂੰ ਵੀ ਟੱਚ ਕਰ ਸਕਦੇ ਹੋ, ਈਵਨ ਕਿ ਸਟਾਕ ਨੂੰ ਵੀ ਟੱਚ ਕਰ ਸਕਦੇ ਹੋ, ਫਰਨੀਚਰ ਨੂੰ ਟੱਚ ਕਰ ਸਕਦੇ ਹੋ। ਉਸ ਚੀਜ਼ ਦੇ ਵਿੱਚ ਗੱਲ ਕੀਤੀ ਗਈ ਹੈ। ਇਹਦੇ ਵਿੱਚ ਗੱਲ ਕਰ ਰਿਹਾ ਮੈਂ ਕੁਐਸਚਨ ਵਿੱਚ ਪੇਟੈਂਟ ਅਕਾਊਂਟ ਦੀ। ਅਕਾਊਂਟ ਕਿਸ ਤਰ੍ਹਾਂ ਦੇ ਨੇਚਰ ਦਾ? ਵੈਸੇ ਤਾਂ ਪੇਟੈਂਟ ਸਾਡੇ ਵਾਸਤੇ ਰੀਅਲ ਅਕਾਊਂਟ ਹੈ, ਕਹਿੰਦੇ ਉਹਦਾ ਰਾਈਟਸ ਜਿਹੜਾ ਕਿਸ ਨੇਚਰ ਦਾ ਹੋਏਗਾ। ਤਾਂ ਆਪਸ਼ਨ ਤੁਹਾਡੇ ਸਾਹਮਣੇ ਹੀ ਹੈ, ਪਰਸਨਲ ਅਕਾਊਂਟ, ਰੀਅਲ ਅਕਾਊਂਟ, ਨੋਮੀਨਲ ਅਕਾਊਂਟ। ਤਾਂ ਨੋਮੀਨਲ ਅਕਾਊਂਟ ਕੀ ਹੋਏਗਾ ਤੁਹਾਡੇ ਵਾਸਤੇ? ਜੋ ਨੋਮੀਨਲ ਅਕਾਊਂਟ ਦੇ ਵਿੱਚ ਚੀਜ਼ਾਂ ਪੈਣਗੀਆਂ ਉਹ ਸਾਰੀ ਚੀਜ਼ਾਂ ਕਾਹਦੀ ਹੋਣਗੀਆਂ, ਸਾਰੇ ਤੁਹਾਡੇ ਆਪਣੇ ਐਕਸਪੈਂਸਿਸ ਦੀ ਪਲੱਸ ਤੁਹਾਡੇ ਆਪਣੇ ਇਨਕਮਸ ਦੀ। ਤੁਹਾਡੀ ਇਨਕਮਸ ਕਿੰਨੀਆਂ ਨੇ, ਐਕਸਪੈਂਸਿਸ ਕਿੰਨੇ ਨੇ, ਇਹ ਸਾਰੀ ਗੱਲਾਂ ਤੁਹਾਡੇ ਕਿਹਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਨੇ, ਨੋਮੀਨਲ ਅਕਾਊਂਟ 'ਚ ਰਿਕਾਰਡ ਕੀਤੀਆਂ ਜਾਂਦੀਆਂ ਨੇ, ਠੀਕ ਹੈ ਜੀ। ਵੈਸੇ ਤਾਂ ਟੈਸਟ ਸੀਰੀਜ਼ ਦੇ ਵਿੱਚ ਥੋੜੀ ਬਹੁਤ ਡਿਟੇਲ ਦੇ ਨਾਲ ਨਾਲ ਤੁਹਾਨੂੰ ਪ੍ਰੈਜ਼ੈਂਟ ਕੀਤਾ ਜਾਊਗਾ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਕੋਈ ਗੱਲ ਅਗਰ ਕੋਈ ਡਾਊਟ ਹੋ ਨਾਲ ਦੀ ਨਾਲ ਤੁਹਾਨੂੰ ਦੱਸ ਦਿੱਤਾ ਜਾਊਗਾ। ਅਗਰ ਫੇਰ ਵੀ ਪ੍ਰੋਬਲਮ ਆ ਰਹੀ ਹੈ, ਇਸ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਜਾਊਗਾ, ਤੁਸੀਂ ਆਪਣਾ ਉਹਦੇ 'ਚ ਡਾਊਟ ਪੁੱਛ ਸਕਦੇ ਹੋ। YouTube ਦੇ ਜਾਂ ਲਾਈਕ WhatsApp ਦੇ ਉੱਤੇ ਜਾ ਕੇ ਇੱਕ ਗਰੁੱਪ ਬਣਿਆ ਹੋਇਆ, ਉਹਦੇ ਵਿੱਚ ਕੋਈ ਮਰਜ਼ੀ ਡਾਊਟ ਪੁੱਛ ਸਕਦੇ ਹੋ ਅਗਰ ਕੋਈ ਵੀ ਡਾਊਟ ਹੋਇਆ ਤਾਂ, ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 13 ਸੇਲ ਰਿਟਰਨ ਅਕਾਊਂਟ ਇਜ਼ ਅ ਡੈਸ਼ ਅਕਾਊਂਟ। ਹੁਣ ਜਿਹੜੀ ਸੇਲ ਰਿਟਰਨ ਹੈ, ਠੀਕ ਹੈ, ਉਹ ਕਿਹੜਾ ਅਕਾਊਂਟ ਹੋਏਗਾ? ਫਸਟ ਆਪਸ਼ਨ ਹੈ ਰੀਅਲ, B ਆਪਸ਼ਨ ਹੈ ਪਰਸਨਲ, C ਆਪਸ਼ਨ ਹੈ ਨੋਮੀਨਲ, D ਆਪਸ਼ਨ ਹੈ ਫਿਕਟੀਸ਼ੀਅਸ। ਫਿਕਟੀਸ਼ੀਅਸ ਜੋ ਹੁੰਦੀਆਂ ਨੇ ਵੈਸੇ ਤਾਂ ਐਸਿਡਸ ਹੁੰਦੀਆਂ ਨੇ ਔਰ ਲਿਬਿਲਿਟੀ ਵੀ ਹੁੰਦੀਆਂ ਨੇ, ਜੋ ਬਹੁਤੀ ਦੇਰ ਨਹੀਂ ਚੱਲਦੀਆਂ, ਜਿਹਨਾਂ ਟਰਮ ਪਲੈਨਿੰਗ ਬਹੁਤ ਘੱਟ ਹੁੰਦਾ ਹੈ, ਉਹਨਾਂ ਅਸੀਂ ਫਿਕਟੀਸ਼ੀਅਸ ਐਸਿਡਸ ਵੀ ਬੋਲ ਸਕਦੇ ਹਾਂ ਜਾਂ ਲਿਬਿਲਿਟੀ ਵੀ ਕਹਿ ਦਿੰਦੇ ਹਾਂ। ਉਹ ਫਾਰਮ ਪਤਾ ਲੱਗੂਗੀ ਕਿ ਉਹ ਕਿਹੜੀ ਫਾਰਮ 'ਚ ਸਾਡੇ ਪਾਸ ਅਵੇਲੇਬਲ ਹੈ। ਅਗਰ ਅੱਜ ਹੀ ਚਲੀ ਜਾਊਗੀ ਤਾਂ ਲਿਬਿਲਿਟੀ ਹੈ, ਜੇ ਲੌਂਗ ਟਾਈਮ ਤਾਂ ਸਾਡੇ ਪਾਸ ਨਹੀਂ ਰਹਿ ਸਕਦੀ, ਸਾਡੇ ਪਾਸ 4 ਜਾਂ 5 ਦਿਨ ਹੈਗੀ ਹੈ ਤਾਂ ਸਾਡੇ ਵਾਸਤੇ ਕੀ ਹੈ, ਐਸਿਡਸ ਹੈ। ਤਾਂ ਹੁਣ ਕੁਐਸਚਨ ਕੀ ਪੁੱਛਿਆ ਗਿਆ ਹੈ, ਸੇਲ ਰਿਟਰਨ ਅਕਾਊਂਟ ਇਜ਼ ਡੈਸ਼ ਅਕਾਊਂਟ। ਜਿਹੜਾ ਸੇਲ ਰਿਟਰਨ ਹੁੰਦਾ ਕੀ ਹੈ ਕਿ ਜੋ ਸਾਨੇ ਵੇਚਿਆ ਸੀਗਾ ਉਹ ਸਾਡੇ ਪਾਸ ਵਾਪਿਸ ਆ ਗਿਆ। ਉਹ ਵਾਲਾ ਜਿਹੜਾ ਅਕਾਊਂਟ ਹੈ ਸਾਡੇ ਨਾਲ ਕਿਸ ਨੂੰ ਰਿਲੇਟ ਕਰੂਗਾ, ਰੀਅਲ, ਪਰਸਨਲ, ਨੋਮੀਨਲ, ਠੀਕ ਹੈ ਜੀ। ਨੈਕਸਟ ਅਗਲਾ ਪੁਆਇੰਟ ਹੈ ਵਿਚ ਟਾਈਪ ਆਫ ਅਕਾਊਂਟਿੰਗ ਇਜ਼ ਅ ਟ੍ਰੇਡਿੰਗ ਅਕਾਊਂਟ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ। ਕਹਿੰਦਾ ਜਿਹੜਾ ਟ੍ਰੇਡਿੰਗ ਅਕਾਊਂਟ ਹੈ ਉਹ ਸਾਡੇ ਵਾਸਤੇ ਕਿਸ ਤਰ੍ਹਾਂ ਦਾ ਅਕਾਊਂਟ ਹੈ। ਓਬਵੀਅਸਲੀ ਜਿਹੜਾ ਟ੍ਰੇਡਿੰਗ ਅਕਾਊਂਟ ਹੁੰਦਾ ਹੈ ਉਹ ਕਿਹਨਾਂ ਰਿਲੇਟਿਡ ਕਰਦਾ, ਤੁਹਾਡੇ ਆਪਣੇ ਪ੍ਰੋਫਿਟ ਦੇ ਨਾਲ, ਜਿਸ ਵਿੱਚ ਆਪਣਾ ਗ੍ਰੋਸ ਪ੍ਰੋਫਿਟ ਕਰਦੇ ਹੋ, ਠੀਕ ਹੈ। 3 ਤਰ੍ਹਾਂ ਦੇ ਅਕਾਊਂਟ ਮੇਨਟੇਨ ਕੀਤੇ ਨੇ ਫਾਈਨਲ ਅਕਾਊਂਟ ਦੇ ਵਿੱਚ। ਇੱਕ ਕੀਤਾ ਜਾਂਦਾ ਤੁਹਾਡੇ ਵਾਸਤੇ ਟ੍ਰੇਡਿੰਗ ਅਕਾਊਂਟ, ਇੱਕ ਕੀਤਾ ਜਾਂਦਾ ਪ੍ਰੋਫਿਟ ਐਂਡ ਲੋਸ ਅਕਾਊਂਟ, ਔਰ ਲਾਸਟ ਨੂੰ ਕੀਤਾ ਜਾਂਦਾ ਤੁਹਾਡੇ ਨਾਲ ਮੇਰਾ ਬੈਲੈਂਸ ਸ਼ੀਟ। ਟ੍ਰੇਡਿੰਗ ਅਕਾਊਂਟ ਦੇ ਵਿੱਚ ਅਸੀਂ ਕਿਹੜੇ ਖਰਚੇ ਪਾਉਂਦੇ ਹਾਂ, ਫੈਕਟਰੀ ਦੇ ਖਰਚੇ ਪਾਉਂਦੇ ਹਾਂ, ਠੀਕ ਹੈ। ਟ੍ਰੇਡਿੰਗ ਅਕਾਊਂਟ 'ਚ ਫੈਕਟਰੀ ਦੇ ਖਰਚੇ ਹੁੰਦੇ ਨੇ। ਪ੍ਰੋਫਿਟ ਲੋਸ ਅਕਾਊਂਟ 'ਚ ਸਾਡੇ ਸਾਰੇ ਆਫਿਸ ਦੇ ਖਰਚੇ ਹੁੰਦੇ ਨੇ। ਓਬਵੀਅਸ ਹੈ। ਤਾਂ ਟ੍ਰੇਡਿੰਗ ਅਕਾਊਂਟ ਕਹਿੰਦੇ ਸਾਡੇ ਵਾਸਤੇ ਕਿਹੜਾ ਅਕਾਊਂਟ ਹੈ, ਤਾਂ ਫੈਕਟਰੀ ਦੇ ਖਰਚੇ ਮੇਨਟੇਨ ਕਰਦਾ ਹੈ। ਖਰਚੇ ਵਾਲਾ ਅਕਾਊਂਟ ਤੁਹਾਨੂੰ ਉੱਪਰ ਸਮਝਾ ਕੇ ਆਇਆ ਸੀ, ਰੀਅਲ ਦੇ ਵਿੱਚ ਕਿਹੜੀ ਚੀਜ਼ਾਂ ਹੁੰਦੀਆਂ ਨੇ, ਪਰਸਨਲ ਪਰਸਨ ਦਾ ਨਰੇਟ ਕਰਦਾ, ਨੋਮੀਨਲ ਖਰਚੇ ਨਰੇਟ ਕਰਦਾ ਹੈ। ਤਾਂ ਫੈਕਟਰੀ ਦੇ ਖਰਚੇ ਰਿਕਾਰਡ ਕੀਤੇ ਜਾਂਦੇ ਨੇ ਟ੍ਰੇਡਿੰਗ ਅਕਾਊਂਟ 'ਚ, ਤਾਂ ਸਾਡੇ ਵਾਸਤੇ ਕਿਹੜਾ ਅਕਾਊਂਟ ਬਣ ਜਾਊਗਾ, ਨੋਮੀਨਲ ਅਕਾਊਂਟ ਬਣ ਜਾਊਗਾ, ਠੀਕ ਹੈ ਜੀ। ਨੈਕਸਟ ਡੈਬਿਟ ਮੀਨਸ ਕੀ ਹੁੰਦਾ ਹੈ, ਕਹਿੰਦਾ ਕੋਈ ਵੀ ਐਂਟਰੀ ਡੈਬਿਟ ਕਿਹੜੀ ਹੋਏਗੀ। ਓਬਵੀਅਸ ਕੁਐਸਚਨ ਦੇ ਅਕੋਰਡਿੰਗ ਆਪਸ਼ਨ ਕਿਹੜੀ ਬਣਦੀਆਂ ਨੇ। ਹੁਣ ਮੈਂ ਤੁਹਾਨੂੰ ਦੱਸਾਂ ਤਾਂ ਤੁਹਾਡੇ ਸਾਡੀ ਰਾਈਟ ਸਾਈਡ ਤੁਹਾਡੀ ਕੀ ਬਣ ਜਾਏਗੀ। ਅਗਰ ਤੁਹਾਡੇ ਉੱਪਰ ਆਪਸ਼ਨ ਕੁਐਸਚਨ ਸੀਗਾ
ਟ੍ਰੇਡਿੰਗ ਅਕਾਊਂਟ ਕੀ ਹੁੰਦਾ ਹੈ? ਦੇਖੋ ਤੁਹਾਡੇ ਸਾਹਮਣੇ ਟ੍ਰੇਡਿੰਗ ਅਕਾਊਂਟ ਅਗਰ ਬਣਾਵਾਂ ਤਾਂ ਸਾਡੇ ਨਾ ਦੋ ਕਾਲਮ ਬਣਦੇ ਨੇ, ਇੱਕ ਬਣਦਾ ਪਾਰਟਿਕੂਲਰਸ ਦਾ, ਇੱਕ ਬਣਦਾ ਅਮਾਊਂਟ ਦਾ, ਫਿਰ ਬਣਦਾ ਪਾਰਟਿਕੂਲਰਸ ਦਾ, ਫਿਰ ਬਣਦਾ ਇੱਕ ਅਮਾਊਂਟ ਦਾ। ਇਸ ਸਾਈਡ ਸਾਡੀ ਡੈਬਿਟ ਸਾਈਡ ਹੁੰਦੀ ਹੈ, ਇਸ ਸਾਈਡ ਸਾਡੀ ਕੀ ਹੁੰਦੀ ਹੈ? ਕ੍ਰੈਡਿਟ ਸਾਈਡ ਹੁੰਦੀ ਹੈ। ਤਾਂ ਟ੍ਰੇਡਿੰਗ ਅਕਾਊਂਟ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਪੁੱਛਿਆ ਕੀ ਹੈ? ਡੈਬਿਟ ਮੀਨਸ ਹੁੰਦਾ ਕੀ ਹੈ? ਆਪਸ਼ਨ ਹੈ ਡਿਕਰੀਜ਼ ਇਨ ਐਸਿਡਸ, ਠੀਕ ਹੈ, ਇਨਕਰੀਜ਼ ਇਨ ਲਾਇਬਿਲਿਟੀ, ਠੀਕ ਹੈ, ਪਰ ਆਪਸ਼ਨ ਦੇ ਅਕੋਰਡਿੰਗ ਲਾਈਕ ਕਿਹੜੀ ਕਰੂਗੀ? ਐਂਡ ਐਂਟਰੀ ਔਨ ਦ ਲੈਫਟ ਸਾਈਡ ਆਫ ਦ ਅਕਾਊਂਟ ਦੀ ਜਿਹੜੀ ਲੈਫਟ ਸਾਈਡ ਤੇ ਪਾਈ ਜਾਂਦੀ ਹੈ, ਤੁਹਾਡੀ ਬਾਜੂ ਦੀ ਜਿਹੜੀ ਰਾਈਟ ਸਾਈਡ ਹੁੰਦੀ ਹੈ ਉਹ ਕ੍ਰੈਡਿਟ ਸਾਈਡ ਹੁੰਦੀ ਹੈ, ਜਿਹੜੀ ਲੈਫਟ ਸਾਈਡ ਹੋਏਗੀ ਤੁਹਾਡੇ ਵਾਸਤੇ ਡੈਬਿਟ ਸਾਈਡ ਹੋਊਗੀ। ਤਾਂ ਆਪਸ਼ਨ ਦੇ ਅਕੋਰਡਿੰਗ ਜੋ ਬਹੁਤ ਜ਼ਿਆਦਾ ਕਲੋਜ਼ਡ ਹੈ ਸਾਡੇ ਵਾਸਤੇ ਕੀ ਹੈ? ਤੇ ਐਂਟਰੀ ਔਨ ਦ ਲੈਫਟ ਸਾਈਡ ਇਜ਼ ਔਨ ਦ ਅਕਾਊਂਟ, ਜਿਹੜੀ ਅਕਾਊਂਟ ਦੇ ਲੈਫਟ ਸਾਈਡ ਤੇ ਪਾਈ ਜਾਊਗੀ ਉਹ ਸਾਈਡ ਨੂੰ ਅਸੀਂ ਕਿਹੜੀ ਸਾਈਡ ਬੋਲਦੇ ਹਾਂ? ਡੈਬਿਟ ਸਾਈਡ ਬੋਲਦੇ ਹਾਂ। ਮੈਂ ਬਹੁਤ ਜ਼ਿਆਦਾ ਬੇਸਿਕ ਕੁਐਸਚਨ ਤੋਂ ਚੱਕੇ ਹੋਏ ਨੇ, ਵੈਸੇ ਤਾਂ ਕੁਐਸਚਨ ਸਭ ਨੂੰ ਆਉਂਦੇ ਹੋਣਗੇ ਬਟ ਫਿਰ ਵੀ ਜ਼ਰੂਰੀ ਹੈ ਕਿ ਬਾਕੀ ਜਿਹੜੇ ਬੱਚੇ ਬਹੁਤ ਪੁਰਾਣੇ ਕਈ ਬੱਚੇ ਹੁੰਦੇ ਨੇ ਐਮਕਾਮ ਕਰ ਜਾਂਦੇ ਨੇ, ਕਈਆਂ ਬੱਚਿਆਂ ਦੀ ਨਹੀਂ ਐਮਕਾਮ ਪ੍ਰੋਪਰ ਵੇ ਨਾਲ ਪ੍ਰੋਪਰ ਉਹਨਾਂ ਨੂੰ ਸਕੂਲ ਵੇ ਨਹੀਂ ਮਿਲਿਆ ਹੁੰਦਾ, ਉਸ ਚੀਜ਼ ਦਾ ਰੂਟੀਨ ਨਹੀਂ ਮਿਲਿਆ ਹੁੰਦਾ, ਤਾਂ ਉਹਨਾਂ ਵਾਸਤੇ ਬੇਸਿਕ ਕੁਐਸਚਨ ਚੱਕੇ ਹੋਏ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਕਿਹੜੀ ਕਿਹੜੀ ਚੀਜ਼ਾਂ ਅਸੀਂ ਕੀਤੀਆਂ ਕੰਪਲੀਟ ਕੀਤੀਆਂ, ਕਿਹੜੀ ਕਿਹੜੀ ਨਹੀਂ ਰਹਿ ਚੁੱਕੀਆਂ ਨੇ। ਇਹ ਬੇਸਿਕ ਕੁਐਸਚਨ ਉਠਾਏ ਗਏ ਨੇ ਸਾਰੇ। ਕੁਐਸਚਨ ਨੰਬਰ 16 ਹੈ ਦੀ ਲੋਸ ਐਂਡ ਐਕਸਪੈਂਸਿਸ ਆਰ, ਕਹਿੰਦਾ ਹਮੇਸ਼ਾ ਜਿਹੜੇ ਖਰਚੇ ਤੇ ਲੋਸ ਨੇ ਉਹ ਕੀ ਕੀਤੇ ਜਾਂਦੇ ਨੇ? ਡੈਬਿਟ ਕੀਤੇ ਜਾਂਦੇ ਨੇ। ਹੁਣ ਅਗਰ ਮੈਂ ਗੱਲ ਕਰਾਂ ਤਾਂ ਜਿਹੜੇ ਇਹਦੇ ਵਾਸਤੇ ਲੋਸ ਐਂਡ ਐਕਸਪੈਂਸਿਸ ਦੀ ਗੱਲ ਕਰਦੇ ਆ ਉਹਦੇ ਵਿੱਚ ਇੱਕੋ ਹੀ ਅਕਾਊਂਟ ਨਾ ਫੇਮਸ ਹੁੰਦਾ ਹੈ ਜਾਂ ਫਿਰ ਇੱਕੋ ਹੀ ਅਕਾਊਂਟ ਲੱਗਦਾ ਸਾਡੇ ਵਾਸਤੇ ਅਕਾਊਂਟ ਕਿਹੜਾ ਹੈ? ਨੋਮੀਨਲ ਅਕਾਊਂਟ। ਹੁਣ ਉੱਪਰ ਤੁਹਾਡੇ ਨਾਲ ਗੱਲ ਕਰਕੇ ਆਏ ਸੀ, ਇਹਦਾ ਇੱਕ ਰੂਲ ਹੁੰਦਾ ਹੈ, ਇੱਕ ਹੁੰਦਾ ਡੈਬਿਟ, ਦੂਸਰੀ ਸਾਈਡ ਹੁੰਦੀ ਹੈ ਕ੍ਰੈਡਿਟ। ਡੈਬਿਟ ਦੇ ਵਿੱਚ ਅਸੀਂ ਸਾਰੇ ਖਰਚੇ ਪਾਉਂਦੇ ਹਾਂ, ਡੈਬਿਟ ਆਲ ਐਕਸਪੈਂਸਿਸ, ਜਾਂ ਫਿਰ ਕੀ ਪਾਉਂਦੇ ਹਾਂ? ਲੋਸ ਪਾਉਂਦੇ ਹਾਂ, ਠੀਕ ਹੈ, ਜਾਂ ਫਿਰ ਕੀ ਪਾਉਂਦੇ ਹਾਂ? ਲੋਸ ਪਾਉਂਦੇ ਹਾਂ। ਕ੍ਰੈਡਿਟ ਦੇ ਵਿੱਚ ਸਾਰੇ ਸਾਡੇ ਕੀ ਆਣਗੇ? ਇਨਕਮਸ ਆ ਜਾਂਦੀਆਂ ਨੇ, ਜਾਂ ਈਵਨ ਕਿ ਸਾਡੇ ਪ੍ਰੋਫਿਟ ਆ ਜਾਂਦੇ ਨੇ, ਜਾਂ ਈਵਨ ਕਿ ਸਾਡੇ ਕੀ ਆ ਜਾਂਦੇ ਨੇ? ਗੇਨ ਆ ਜਾਂਦੀ ਹੈ। ਤਾਂ ਹਮੇਸ਼ਾ ਪੁੱਛਿਆ ਕੀ ਹੈ? ਜਿਹੜੇ ਐਕਸਪੈਂਸਿਸ ਔਰ ਲੋਸ ਨੇ ਉਹ ਹਮੇਸ਼ਾ ਕੀ ਕਰਦੇ ਆ? ਤਾਂ ਆਪਸ਼ਨ ਦੇ ਅਕੋਰਡਿੰਗ ਜਿਹੜੇ ਕੀ ਕੀਤੇ ਜਾਂਦੇ ਨੇ ਹਮੇਸ਼ਾ ਡੈਬਿਟ ਕੀਤੇ ਜਾਂਦੇ ਨੇ। ਤਾਂ ਆਨਸਰ ਇਹੀ ਲਾਈ ਕਰੇਗਾ ਜੋ ਸਾਡੇ ਵਾਸਤੇ ਕੀ ਹੈ? ਡੈਬਿਟਡ। ਕਹਿੰਦਾ ਕਿ ਸਾਰੇ ਖਰਚੇ ਔਰ ਲੋਸ ਕੀ ਕੀਤੇ ਜਾਂਦੇ ਨੇ? ਡੈਬਿਟ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਕੁਐਸਚਨ ਨੰਬਰ 17 ਬਹੁਤ ਜ਼ਿਆਦਾ ਬੇਸਿਕ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਅਗਰ ਫਿਰ ਵੀ ਡਾਊਟ ਹੈ ਤਾਂ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ YouTube ਤੁਹਾਡਾ ਆਪਣਾ YouTube ਦੇ ਡਿਸਕ੍ਰਿਪਸ਼ਨ ਬਾਕਸ ਦੇ ਨੀਚੇ WhatsApp ਦਾ ਇੱਕ ਗਰੁੱਪ ਬਣਿਆ ਹੋਇਆ ਹੈ, ਉਸ ਦੇ ਵਿੱਚ ਅਲੱਗ ਹੀ ਗਰੁੱਪ ਬਣਾਇਆ ਹੋਇਆ ਬੱਚੇ ਉਹਨਾਂ ਸਟੂਡੈਂਟਸ ਦਾ, ਤਾਂ ਤੁਸੀਂ ਆਪਣੇ ਡਾਊਟਸ ਦੇ ਵਿੱਚ ਪੁੱਛ ਸਕਦੇ ਹੋ ਜੇ ਕੋਈ ਵੀ ਡਾਊਟ ਹੁੰਦਾ, ਠੀਕ ਹੈ, ਈਵਨ ਕਿ ਤੁਸੀਂ ਜੁਆਇਨ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਪੁੱਛ ਸਕਦੇ ਹੋ। ਕੁਐਸਚਨ ਨੰਬਰ 17 ਹੈ ਸੇਲ ਜਰਨਲ ਇਜ਼ ਆਲਸੋ ਕਾਲਡ, ਕਹਿੰਦਾ ਜਿਹੜਾ ਸੇਲ ਜਰਨਲ ਹੁੰਦੀ ਹੈ, ਸੇਲ ਮਤਲਬ ਤੁਹਾਨੂੰ ਸਭ ਨੂੰ ਪਤਾ ਜਿਸ 'ਚ ਐਂਟਰੀ ਅਸੀਂ ਕਾਹਦੀ ਐਂਟਰੀ ਕਰਦੇ ਹੁੰਦੇ ਹਾਂ, ਜਰਨਲ ਤੁਹਾਨੂੰ ਪਤਾ ਜਿਸ 'ਚ ਅਸੀਂ ਰਿਕਾਰਡਿੰਗ ਕਰਦੇ ਹੁੰਦੇ ਹਾਂ, ਹੈ ਨਾ। ਪਰ ਕਹਿੰਦਾ ਕੀ ਹੈ ਜਿਹੜੀ ਸੇਲ ਜਰਨਲ ਹੈ ਉਹ ਸਾਡੇ ਵਾਸਤੇ ਕੀ ਹੁੰਦੀ ਹੈ? ਸੇਲ ਜਰਨਲ ਧਿਆਨ ਨਾਲ ਦੇਖੋ ਹੁੰਦੀ ਕੀ ਹੈ। ਪਹਿਲੀ ਗੱਲ ਤਾਂ ਪੁੱਛਿਆ ਉਹਨੇ ਸੇਲ ਜਰਨਲ ਕੀ ਹੁੰਦੀ ਹੈ? ਜਰਨਲ ਜਿਸ ਤਰ੍ਹਾਂ ਅਸੀਂ ਡੇਲੀ ਰਿਕਾਰਡਿੰਗ ਕਰਦੇ ਹਾਂ ਜਰਨਲ ਉਹੀ ਹੁੰਦੀ ਹੈ, ਪਰ ਪੁੱਛਿਆ ਕਿ ਸੇਲਸ ਕੀ ਹੁੰਦੀ ਹੈ? ਓਬਵੀਅਸ ਸੇਲ ਜਿਸ 'ਚ ਅਸੀਂ ਰੋਜ਼ ਬੇਸ ਦਾ ਕੰਮ ਕਰਦੇ ਹਾਂ, ਡੇਲੀ ਦੇ ਬੇਸ ਦਾ ਕੰਮ ਕਰਦੇ ਹਾਂ, ਤਾਂ ਆਪਸ਼ਨ ਦੇ ਅਕੋਰਡਿੰਗ ਕੀ ਬਣਦੀ ਹੈ? ਡੇ ਬੁੱਕ ਹੋ ਗਈ, ਇਨਵੋਇਸ ਬੁੱਕ ਹੋ ਗਈ, ਸਪੈਸ਼ਲ ਬੁੱਕ ਹੋ ਗਈ, ਨਨ ਆਫ ਥੀਸ ਹੋ ਗਈ। ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਜਰਨਲ ਹੁੰਦੀ ਕੀ ਹੈ? ਜਿਹਦੇ ਅਸੀਂ ਡੇਲੀ ਦੀ ਕੋਈ ਨਾ ਕੋਈ ਰਿਕਾਰਡਿੰਗ ਕਰਦੇ ਹਾਂ ਕਿਸੇ ਵੇਸਟ ਬੁੱਕ ਦੇ ਵਿੱਚ ਜਾਂ ਕਿਸੇ ਆਪਣੇ ਐਸੇ ਰਜਿਸਟਰ ਦੇ ਵਿੱਚ ਜਿਹਦੇ ਵਿੱਚ ਅਸੀਂ ਰੋਜ਼ ਦੀ ਰੋਜ਼ ਐਂਟਰ ਰਿਕਾਰਡ ਕਰਦੇ ਹਾਂ, ਉਹਨੂੰ ਅਸੀਂ ਜਰਨਲ ਬੋਲਦੇ ਹਾਂ। ਲੇਕਿਨ ਸੇਲ ਜਰਨਲ ਕੀ ਹੁੰਦੀ ਹੈ? ਜਿਸ 'ਚ ਰੋਜ਼ ਵੇਚਦੇ ਹਾਂ, ਹੈ ਨਾ, ਖਰੀਦਦੇ ਨਹੀਂ ਰੋਜ਼ ਵੇਚਦੇ ਹਾਂ, ਤਾਂ ਓਬਵੀਅਸ ਰੋਜ਼ ਦਾ ਕੰਮ ਕਿਹਦੇ ਵਿੱਚ ਕੀਤਾ ਜਾਊਗਾ? ਤੁਹਾਡਾ ਆਪਣਾ ਡੇ ਬੁੱਕ ਦੇ ਵਿੱਚ ਕੀਤਾ ਜਾਊਗਾ। ਮਤਲਬ ਕਿ ਅਦਰ ਨੇਮ ਕੀ ਹੈ? ਹੁਣ ਡੇ ਬੁੱਕ ਦਾ ਅਦਰ ਨੇਮ ਸੇਲ ਜਰਨਲ ਵੀ ਹੋ ਸਕਦਾ ਹੈ, ਜਾਂ ਸੇਲ ਜਰਨਲ ਦਾ ਅਦਰ ਨੇਮ ਕੀ ਹੋ ਸਕਦਾ? ਤੁਹਾਡਾ ਆਪਣਾ ਡੇ ਬੁੱਕ ਵੀ ਹੋ ਸਕਦਾ ਹੈ, ਠੀਕ ਹੈ ਜੀ। ਕੁਐਸਚਨ ਨੰਬਰ 18 'ਚ ਕੀ ਕਹਿੰਦਾ? ਕਹਿੰਦਾ ਸੈਲਰੀ ਪੇਡ ਇਨ ਐਡਵਾਂਸ ਫਾਲਸ ਔਨ ਦਿਸ ਸਾਈਡ। ਕਹਿੰਦਾ ਅਗਰ ਤੁਹਾਨੂੰ ਕੋਈ ਸੈਲਰੀ ਐਡਵਾਂਸ ਦੇ ਵਿੱਚ ਪੇ ਕਰਤੀ, ਠੀਕ ਹੈ, ਤੁਹਾਡੀ ਕੋਈ ਵੀ ਸੈਲਰੀ ਤੁਹਾਨੂੰ ਐਡਵਾਂਸ ਵਿੱਚ ਪੇ ਕਰਤੀ ਹੈ ਤਾਂ ਕਿਹੜੀ ਸਾਈਡ ਤੇ ਆਏਗੀ? ਹੁਣ ਧਿਆਨ ਦੇਖੋ, ਕੋਈ ਵੀ ਚੀਜ਼ ਅਸੀਂ ਐਡਵਾਂਸ ਵਿੱਚ ਪੇ ਕਰਦੇ ਕੰਪਨੀ ਕਰਨੀ ਤੋਂ ਉਹ ਚੀਜ਼ ਸਾਡੇ ਵਾਸਤੇ ਪ੍ਰੀਪੇਡ ਵੀ ਹੋ ਜਾਂਦੀ ਹੈ। ਮੈਨੇ ਲਾਈਕ ਮੈਂ ਕੰਪਨੀ ਦਾ ਇੰਪਲੋਇਰ ਹਾਂ, ਮੈਨੇ ਕਿਸੇ ਇੰਪਲੋਈ ਦੀ ਸੈਲਰੀ ਪੇ ਕਰਤੀ ਤਾਂ ਖਰਚਾ ਹੁਣ ਮੈਂ ਦੁਬਾਰਾ ਤੋਂ ਦਊਂਗਾ ਨਹੀਂ, ਤਾਂ ਜਦੋਂ ਖਰਚਾ ਆਊਗਾ ਉਹ ਚੀਜ਼ ਮੇਰੇ ਵਾਸਤੇ ਕੀ ਬਣ ਜੂਗੀ? ਐਸਿਡ ਬਣ ਜੂਗੀ। ਐਸਿਡ ਹਮੇਸ਼ਾ ਕੀ ਕਰਦੇ ਹੁੰਦੇ ਆ? ਡੈਬਿਟ ਕਰਦੇ ਹੁੰਦੇ ਆ। ਕਿਹੜਾ ਰੂਲ ਐਪਲੀਕੇਬਲ ਹੁੰਦਾ ਡੈਬਿਟ ਦੇ ਵਾਸਤੇ? ਜਦੋਂ ਐਸਿਡ ਡੈਬਿਟ ਕਰਦੇ ਹੁੰਦੇ ਆ ਤਾਂ ਰੀਅਲ ਅਕਾਊਂਟ ਬਣਦਾ ਹੁੰਦਾ। ਮੈਨੂੰ ਤੁਹਾਨੂੰ ਕਿਹਾ ਸੀ ਨਾ, ਜੋ ਚੀਜ਼ ਆਉਂਦੀ ਹੈ ਉਹਨੂੰ ਅਸੀਂ ਡੈਬਿਟ ਕਰਦੇ, ਜੋ ਚੀਜ਼ ਚਲੀ ਜਾਂਦੀ ਸਾਡੇ ਵਾਸਤੇ ਕ੍ਰੈਡਿਟ ਹੋ ਜਾਂਦੀ ਹੈ। ਤਾਂ ਰੀਅਲ ਅਕਾਊਂਟ ਕੀ ਕਹਿੰਦਾ ਹੈ? ਕਹਿੰਦਾ ਰੀਅਲ ਅਕਾਊਂਟ ਕਹਿੰਦਾ ਡੈਬਿਟ ਬਟ ਕਮਸ ਇਨ, ਠੀਕ ਹੈ, ਜੋ ਚੀਜ਼ ਆਊਗੀ ਉਹ ਸਾਡੇ ਵਾਸਤੇ ਡੈਬਿਟ ਹੋ ਜੂਗੀ, ਜਾਂ ਜੋ ਚੀਜ਼ ਸਾਡੇ ਪਾਸ ਚਲੀ ਜਾਊਗੀ ਸਾਡੇ ਵਾਸਤੇ ਕੀ ਹੋ ਜੂਗੀ? ਕ੍ਰੈਡਿਟ ਹੋ ਜੂਗੀ। ਲੇਕਿਨ ਹੁਣ ਮੈਂ ਗੱਲ ਕੀਤੀ ਹੈ ਪੇ ਐਡਵਾਂਸ 'ਚ ਕਰਤੀ, ਮੰਨ ਲਓ ਕੋਈ ਵੀ ਐਂਟਰੀ ਹੈ ਜਾਂ ਜੂਨ ਮਹੀਨੇ ਉਹਨੇ ਫਰਵਰੀ ਦੀ ਸੈਲਰੀ ਕਿਸੇ ਬੰਦੇ ਨੂੰ ਇੰਪਲੋਈ ਨੂੰ ਪੇ ਕਰਨੀ ਸੀ, ਉਸ ਨੇ ਜਨ ਦੇ ਵਿੱਚ ਹੀ ਕਰਤੀ ਹੈ, ਤਾਂ ਹੁਣ ਫਰਵਰੀ ਵਾਸਤੇ ਉਹ ਚੀਜ਼ ਤੁਹਾਡੇ ਵਾਸਤੇ ਕੀ ਬਣ ਜੂਗੀ? ਐਸਿਡ ਬਣ ਜੂਗੀ। ਦੁਬਾਰਾ ਤੋਂ ਨਹੀਂ ਪੇ ਕਰਦੇ ਤਾਂ ਐਸਿਡ ਹਮੇਸ਼ਾ ਕੀ ਕਰਦੇ ਹੁੰਦੇ ਅਸੀਂ ਆਪਣੀਆਂ ਡੈਬਿਟ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਵਾਸਤੇ ਐਸਿਡ ਹੈ
ये साडे वैसे मेरी कन्नी तो प्रीपेड एक्सपेंसिस है, तो ऑब्वियस है जो एडवांस पे कीते मैंने अपनी कन्नी तो मेरे वास्ते एसिड बनूगी, तो एसिड हमेशा की करते होंगे डेबिट करते होंगे। ठीक है, नैक्सट अगला पॉइंट है इतने लैजर आना सी। ठीक है, कहता लैजर इज अ बुक इन विच, कहता लैजर की होंगे हम देखो तुहाडे सामने हुण दो चीज़ां ने, एक होंदा जर्नल, एक होंदा तुहाडे वास्ते लैजर। ਇਹਦੇ ਵਿੱਚ ਤਾਂ ਅਸੀਂ ਸਿਰਫ ਐਂਟਰੀਜ਼ ਦੀ ਰਿਕਾਰਡਿੰਗ ਕਰਦੇ ਹਾਂ, ਸਿਰਫ ਐਂਟਰੀ ਰਿਕਾਰਡ ਕੀਤੀ ਹੈ ਉਧਾਰ ਦੀ, ਪਰਚੇਸ ਦੀ, ਸੇਲ ਦੀ, ਉਧਾਰ ਦੀ ਜਾਂ ਕੈਸ਼ ਦੀ, ਜੋ ਵੀ ਐਂਟਰੀ ਸੀ ਉਸ ਨੂੰ ਰਿਕਾਰਡ ਕਰਦੇ ਹਾਂ। ਲਾਈਕ ਉਸ ਫਾਰਮ ਦੇ ਵਿੱਚ ਕਿਸੇ ਨਾ ਕਿਸੇ ਰੂਲ ਦੇ ਵਿੱਚ ਡੈਬਿਟ ਦੇ ਵਿੱਚ ਮਤਲਬ ਨੋਮੀਨਲ ਅਕਾਊਂਟ ਦੇ ਵਿੱਚ, ਪਰਸਨਲ ਅਕਾਊਂਟ ਦੇ ਵਿੱਚ ਜਾਂ ਰੀਅਲ ਅਕਾਊਂਟ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ। ਲੇਕਿਨ ਲੈਜਰ ਦੇ ਵਿੱਚ ਜਿਹੜੀ ਐਂਟਰੀ ਤੁਸੀਂ ਜਰਨਲ ਦੇ ਵਿੱਚ ਰਿਕਾਰਡ ਕਰਕੇ ਆਉਂਦੇ ਹੋ ਉਸ ਐਂਟਰੀ ਦੇ ਕੀ ਬਣਾਏ ਜਾਂਦੇ ਨੇ, ਅਕਾਊਂਟ ਓਪਨ ਕੀਤੇ ਜਾਂਦੇ ਨੇ। ਲਾਈਕ ਤੁਹਾਡੇ ਸਾਹਮਣੇ ਇੱਕ ਐਂਟਰੀ ਰੱਖਾ ਤਾਂ ਪਹਿਲੀ ਗੱਲ ਤਾਂ ਮੈਨੇ ਕੈਸ਼ ਬੈਂਕ ਦੇ ਵਿੱਚ ਕੈਸ਼ ਡਿਪੋਜ਼ਿਟ ਕਰਤਾ ਤਾਂ ਐਂਟਰੀ ਬਣ ਜਾਏਗੀ ਬੈਂਕ ਮੇਰਾ ਰਿਸੀਵਰ ਹੋ ਗਿਆ ਜਾਂ ਬੈਂਕ ਮੇਰਾ ਡੈਟਰ ਹੋ ਗਿਆ, ਬੈਂਕ ਤੋਂ ਮੈਂ ਪੈਸੇ ਲੈਣੇ ਆ ਤਾਂ ਉਹ ਐਸਿਡ ਬਣ ਜਾਊਗਾ। ਬੈਂਕ ਹਮੇਸ਼ਾ ਐਸਿਡ ਹੈ ਤਾਂ ਐਸਿਡ ਨੂੰ ਹਮੇਸ਼ਾ ਕੀ ਕਰਦੇ ਹੁੰਦੇ ਆ, ਡੈਬਿਟ ਕਰਦੇ ਹੁੰਦੇ ਆ। ਉਸ ਤੋਂ ਬਾਅਦ ਕੈਸ਼ ਮੇਰਾ ਚਲਾ ਗਿਆ ਬੈਂਕ ਦੇ ਵਿੱਚ, ਈਵਨ ਕਿ ਮੇਰਾ ਕੈਸ਼ ਚਲਾ ਗਿਆ ਬੈਂਕ ਦੇ ਵਿੱਚ ਤਾਂ ਕੈਸ਼ ਮੈਨੇ ਦੇਤਾ, ਕ੍ਰੈਡਿਟ ਬਟ ਗੋਜ਼ ਆਊਟ, ਕੀ ਚਲਾ ਗਿਆ ਮੇਰੇ ਵਾਸਤੇ, ਕੈਸ਼ ਚਲਾ ਗਿਆ। ਤਾਂ ਹੁਣ ਤੁਹਾਡੇ ਸਾਹਮਣੇ ਇੱਥੇ ਐਂਟਰੀ ਰਿਕਾਰਡ ਕਰਤੀ, ਆਹ ਜਿਹੜੀ ਐਂਟਰੀ ਰਿਕਾਰਡ ਕੀਤੀ ਹੈ ਆ ਤਾਂ ਮੇਰੇ ਵਾਸਤੇ ਜਰਨਲ ਬਣ ਜੂਗੀ। ਲੇਕਿਨ ਇਹਨਾਂ ਦੇ ਦੋਨਾਂ ਦੇ ਅਕਾਊਂਟ ਓਪਨ ਕਰਨੇ ਆ, ਬੈਂਕ ਦੇ ਅਕਾਊਂਟ ਅਲੱਗ ਓਪਨ ਹੋ ਜਾਊਗਾ, ਕੈਸ਼ ਦਾ ਅਕਾਊਂਟ ਅਲੱਗ ਓਪਨ ਹੋ ਜਾਊਗਾ। ਉਹ ਅਕਾਊਂਟ ਓਪਨ ਦੀ ਰਿਸਪੌਂਸਿਬਿਲਿਟੀ ਕਿੰਨਾ ਦੀ ਹੁੰਦੀ ਹੈ, ਲੈਜਰ ਦੀ ਹੁੰਦੀ ਹੈ। ਹੁਣ ਤੁਹਾਡੇ ਸਾਹਮਣੇ ਇੱਕ ਆਪਸ਼ਨ ਹੈ ਓਨਲੀ ਰੀਅਲ ਅਕਾਊਂਟਸ ਵੀ ਓਪਨ, ਕਹਿੰਦੇ ਸਿਰਫ ਰੀਅਲ ਖਾਤੇ ਖੋਲੇ ਜਾਂਦੇ ਨੇ। ਬੀ ਆਪਸ਼ਨ ਕਹਿੰਦਾ ਰੀਅਲ ਔਰ ਪਰਸਨਲ ਦੋਨੋਂ ਖੋਲੇ ਜਾਂਦੇ ਨੇ, ਜਾਂ ਥਰਡ ਦੇ ਵਿੱਚ ਰੀਅਲ ਵੀ ਖੋਲੇ ਜਾਂਦੇ ਨੇ, ਪਰਸਨਲ ਵੀ ਖੋਲੇ ਜਾਂਦੇ ਨੇ, ਨੋਮੀਨਲ ਖੋਲੇ ਜਾਂਦੇ ਨੇ। ਮੈਂ ਤੁਹਾਡੇ ਨਾਲ ਇਹਦੇ ਵਿੱਚ ਕਦੀ ਗੱਲ ਨਹੀਂ ਕੀਤੀ ਇਕੱਲੇ ਅਕਾਊਂਟ ਓਪਨ ਕੀਤੇ ਜਾਂਦੇ, ਮੈਂ ਤੁਹਾਨੂੰ ਸਿਰਫ ਇਹ ਗੱਲ ਕਹੀ ਹੈ। ਤਾਂ ਆਪਸ਼ਨ ਹੈ ਅਕਾਊਂਟ ਤਿੰਨ ਹੁੰਦੇ ਨੇ, ਰੀਅਲ, ਪਰਸਨਲ ਔਰ ਨੋਮੀਨਲ। ਇਟ ਮੀਨ ਕਿ ਇਹਦੇ 'ਚ ਤਿੰਨੋਂ ਹੀ ਅਕਾਊਂਟ ਰਿਕਾਰਡ ਕੀਤੇ ਜਾਣਗੇ, ਰੀਅਲ ਵੀ ਕੀਤਾ ਜਾਊਗਾ, ਪਰਸਨਲ ਵੀ ਕੀਤਾ ਜਾਊਗਾ ਔਰ ਤੁਹਾਡਾ ਆਪਣਾ ਨੋਮੀਨਲ ਵੀ ਕੀਤਾ ਜਾਊਗਾ। ਤਾਂ ਆਨਸਰ ਤੁਹਾਡੇ ਸਾਹਮਣੇ ਹੀ ਹੈ, सी ऑप्शन है ऑल रियल पर्सनल नॉमिनल अकाउंट आर ओपन। ठीक है, क्वेश्चन नंबर 20 हूँ ट्रायल बैलेंस शोज। हूँ ट्रायल बैलेंस की शो करता है, अगर मैं गल करा पंजाबी ਜਿਹਨੂੰ ਅਸੀਂ ਤਲਪਟ ਬੋਲਦੇ ਹਾਂ, ਤਲਪਟ ਮਤਲਬ ਦੋਨਾਂ ਐਂਟਰੀਆਂ ਦਾ, ਦੋਨਾਂ ਸਾਈਡਸ ਦਾ ਬੈਲੈਂਸ ਨੂੰ ਕੀ ਕਰਨਾ, ਇਕੁਅਲ ਕਰਨਾ, ਦੋਨੋਂ ਸਾਈਡਸ ਨੂੰ ਬੈਲੈਂਸਡ ਕਰਨਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਟਰਾਇਲ ਬੈਲੈਂਸ ਬੋਲਦੇ ਹਾਂ। ਟਰਾਇਲ ਮਤਲਬ ਜੋ ਆਪਣੇ ਆਪ ਵਿੱਚ ਅਸੀਂ ਪਹਿਲਾਂ ਦਿਖਾਉਂਦੇ ਹਾਂ ਵੀ ਸਾਡੀ ਕਿਹੜੀ ਚੀਜ਼ਾਂ ਡੈਬਿਟ ਹੋ ਚੁੱਕੀਆਂ ਨੇ, ਕਿਹੜੀ ਚੀਜ਼ਾਂ ਸਾਡੀ ਕੀ ਹੋ ਚੁੱਕੀਆਂ ਨੇ, ਕ੍ਰੈਡਿਟ ਹੋ ਚੁੱਕੀਆਂ ਨੇ। ਹੁਣ ਟਰਾਇਲ ਬੈਲੈਂਸ ਵਾਸਤੇ ਵੀ ਅਲੱਗ ਲੈਕਚਰ ਤੁਹਾਡਾ ਤਿਆਰ ਕੀਤਾ ਹੋਇਆ ਹੈ, ਉਹਦੇ ਵਾਸਤੇ ਅਲੱਗ ਵੀਡੀਓ ਲੈ ਕੇ ਪੇਸ਼ ਹੋਊਗਾ ਤੁਹਾਡੇ ਸਾਹਮਣੇ। ਤਾਂ ਆਪਸ਼ਨ ਦੇ ਅਕੋਰਡਿੰਗ ਦੇਖੋ ਤੁਹਾਨੂੰ ਦੱਸ ਕੇ ਚੁੱਕਿਆ ਕਿ ਇਕੱਲੀ ਡੈਬਿਟ ਸਾਈਡ ਹੀ ਪ੍ਰੈਜ਼ੈਂਟ ਕੀਤੀ ਜਾਊਗੀ ਕਿ ਕ੍ਰੈਡਿਟ ਸਾਈਡ। ਤਾਂ ਟਰਾਇਲ ਬੈਲੈਂਸ ਹੈ ਦੋਨੋਂ ਸਾਈਡਸ ਦਾ। ਹੁਣ ਉੱਪਰ ਇੱਕ ਲਿਖ ਕੇ ਆਇਆ ਸੀ ਕਿ ਚੀਜ਼ ਜਿਹਦੇ ਵਿੱਚ ਡੈਬਿਟ ਇਜ਼ ਇਕੁਅਲ ਟੂ ਕੀ ਹੋਣਾ ਚਾਹੁੰਦਾ ਹੈ, ਕ੍ਰੈਡਿਟ, ਡਬਲ ਐਂਟਰੀ ਸਿਸਟਮ ਦੇ ਅਕੋਰਡਿੰਗ। ਠੀਕ ਹੈ, ਤਾਂ ਹੁਣ ਡੈਬਿਟ ਇਜ਼ ਇਕੁਅਲ ਟੂ ਕ੍ਰੈਡਿਟ, ਉਹ ਦੋਨੋਂ ਚੀਜ਼ਾਂ ਕੌਣ ਕਰੂਗਾ, ਟਰਾਇਲ ਬੈਲੈਂਸ ਕਰੂਗਾ। ਇਹ ਦੋਨੋਂ ਬੈਲੈਂਸ ਦਾ ਡੈਬਿਟ ਸਾਈਡ ਦਾ ਔਰ ਕ੍ਰੈਡਿਟ ਸਾਈਡ ਦਾ ਬੈਲੈਂਸ ਇਕੁਅਲ ਹੈਗਾ ਕਿ ਨਹੀਂ ਹੈਗਾ, ਉਸ ਚੀਜ਼ ਨੂੰ ਅਸੀਂ ਬੋਲਾਂਗੇ ਟਰਾਇਲ ਬੈਲੈਂਸ। ਹੁਣ ਫਸਟ ਆਪਸ਼ਨ ਕੀ ਹੈ, ਓਨਲੀ ਡੈਬਿਟ ਬੈਲੈਂਸ। ਠੀਕ ਹੈ, ਵੈਸੇ ਤਾਂ ਆਪਸ਼ਨ ਬਣਨੀ ਸੀ ਏ ਆਪਸ਼ਨ, ਉਸ ਤੋਂ ਬਾਅਦ ਬਹੁਤ ਇਹ ਬਣਨੀ ਤੁਹਾਡੀ ਆਪਣੀ ਬੀ ਆਪਸ਼ਨ, ਉਰੇ ਤੱਕ ਤੁਹਾਡੀ ਏ ਆਪਸ਼ਨ ਹੈ। ਠੀਕ ਹੈ, ਆਹ ਤੁਹਾਡੀ ਬਣੂਗੀ ਬੀ ਆਪਸ਼ਨ। ਬੀ ਆਪਸ਼ਨ ਇੱਥੇ ਬਲੈਂਕ ਰਹਿ ਚੁੱਕੀ ਹੈ। ਠੀਕ ਹੈ, ਕੁਛ ਟਾਈਪਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੋਏਗੀ। ਠੀਕ ਹੈ, ਤਾਂ ਇਹ ਆਪਸ਼ਨ ਹੈ ਤੁਹਾਡੇ ਵਾਸਤੇ ਓਨਲੀ ਡੈਬਿਟ ਸਾਈਡ, ਇਕੱਲੀ ਡੈਬਿਟ ਸਾਈਡ ਹੀ ਸ਼ੋ ਕਰਦੀ ਹੈ। ਇਹ ਦੋਨੋਂ ਸਾਈਡ ਸ਼ੋ ਕਰੂਗੀ ਤਾਂ ਆਪਸ਼ਨ ਬਣੂਗੀ ਸਾਡੇ ਵਾਸਤੇ ਬੀ, ਇਹ ਦੋਨੋਂ ਸਾਈਡ ਸ਼ੋ ਕਰੂਗੀ ਬੋਥ ਡੈਬਿਟ ਐਂਡ ਕ੍ਰੈਡਿਟ ਸਾਈਡ, ਤਾਂ ਕਿ ਦੋਨਾਂ ਦਾ ਬੈਲੈਂਸ ਕੀ ਕੀਤਾ ਜਾ ਸਕੇ, ਇਕੁਅਲ ਕੀਤਾ ਜਾਵੇ, ਬੈਲੈਂਸ ਕੀਤਾ ਜਾ ਸਕੇ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 21। ਕੁਐਸਚਨ ਨੰਬਰ 21 ਕੀ ਕਹਿੰਦਾ, ਕੈਸ਼ ਅਕਾਊਂਟ ਆਲਵੇਜ਼ ਵਰਡ। ਕਹਿੰਦਾ ਜਿਹੜਾ ਇਹ ਕੈਸ਼ ਅਕਾਊਂਟ ਹੈ ਹਮੇਸ਼ਾ ਸਾਡੇ ਵਾਸਤੇ ਹੁੰਦਾ ਕੀ ਹੈ। ਦੇਖੋ ਤੁਹਾਡੇ ਸਾਹਮਣੇ ਅਗਰ ਮੈਂ ਐਕਚੁਅਲ ਵਰਡ ਲਵਾਂ ਤਾਂ ਇੱਥੇ ਮੈਂ ਪਹਿਲਾਂ ਅਗਰ ਅਕਾਊਂਟ ਨੂੰ ਕੱਟਾਂ, ਠੀਕ ਹੈ, ਤਾਂ ਕੈਸ਼ ਮੇਰੇ ਵਾਸਤੇ ਹਮੇਸ਼ਾ ਐਸਿਡਸ ਹੁੰਦੀ ਹੈ ਕਿਉਂਕਿ ਮੇਰੇ ਪਾਸ ਅਵੇਲੇਬਲ ਹੈ ਕੈਸ਼, ਹੈ ਨਾ। पे आउट भी करना है और जो पे करूँगा उदो करूँगा, लेकिन कैश पहले मेरे पास अवेलेबल होना चाहिए ਤਾਂ ही मैं पे करूँगा ना। पर कैश ਸਾਡੇ ਵਾਸਤੇ ਕੀ ਹੈ, ਅਵੇਲੇਬਲ ਹੋਣਾ ਜ਼ਰੂਰੀ ਹੈ। ਕੈਸ਼ ਅਗਰ ਅਵੇਲੇਬਲ ਹੈ ਤਾਂ ਕਿਸੇ ਮਰਜ਼ੀ ਦੀ ਮੈਂ ਪੇਮੈਂਟ ਕਰ ਸਕਦਾ। ਤਾਂ ਕੈਸ਼ ਮੇਰੇ ਵਾਸਤੇ ਐਸਿਡਸ ਹੁੰਦੀਆਂ ਨੇ, ਤੁਹਾਨੂੰ ਸਭ ਨੂੰ ਪਤਾ ਹੈ ਨਾ। ਸੰਪत्ति ਹੋਊਗੀ, ਕੋਈ ਨਾ ਕੋਈ ਕੈਸ਼ ਚਾਹੇ ਬੈਂਕ 'ਚ ਪਿਆ ਚਾਹੇ ਮੇਰੇ ਪਾਸ ਆਪਣੇ ਪਾਸ ਪਿਆ ਕੈਸ਼ ਇਨ ਹੈਂਡ ਹੈ, ਮੇਰੇ ਵਾਸਤੇ ਐਸਿਡਸ ਹੀ ਹੋਏਗੀ। ਤਾਂ ਐਸਿਡਸ ਵਾਸਤੇ ਸਾਡਾ ਕਿਹੜਾ ਰੂਲ ਅਪਲਾਈ ਕੀਤਾ ਜਾਂਦਾ ਸੀ, ਰੀਅਲ ਅਕਾਊਂਟ ਅਪਲਾਈ ਕੀਤਾ ਜਾਂਦਾ ਸੀ। ਰੀਅਲ ਅਕਾਊਂਟ ਦਾ ਰੂਲ ਉੱਪਰ ਲਿਖਵਾ ਕੇ ਆਇਆ ਸੀਗਾ, डेबिट और क्रेडिट दो साइड्स होंगे ने। डेबिट बट कम्स इन जो चीज़ मेरे पास ऑलरेडी अवेलेबल है, ये आ चुकी है, मेरे वास्ते डेबिट हो चुकी। क्रेडिट बट गोज आउट जो चीज़ मेरे वास्ते चली गई है मेरे वास्ते किया जो कि क्रेडिट हो चुकी। हुण कैश मेरे पास पहले अवेलेबल होना चाहिए तां ही मैं पे करूँगा, तो हैगा की है डेबिट। तो इट मीन आंसर की बन जूगा, डेबिट बैलेंस बन जूगा कि जो कैश काउंट है हमेशा किहड़ी साइड पाया जाता है, डेबिट बैलेंस च पाया जाता है। नैक्सट क्वेश्चन है उस तो बाद
कैश डिस्काउंट सिर्फ प्रोवाइडेड ऑन कहते जो थोड़ा अपना कोई भी बंदा अगर थोड़ा कोई भी डिस्काउंट पे करता है या लेंदा या दिंदा है, मैं तो लेंदे दिंदे की गल नहीं करूँगा, मैं गल करदा डिस्काउंट की। ਤੁਸੀਂ ਕੈਸ਼ ਡਿਸਕਾਊਂਟ ਕਰੋ ਦਿੰਦੇ ਹੋ ਕਿਸੇ ਬੰਦੇ ਨੂੰ, ਸੇਲ ਵਾਲੇ ਦਿੰਦੇ ਹੋ ਜਾਂ ਪਰਚੇਸ ਵਾਲੇ ਦਿੰਦੇ ਹੋ। ਓਬਵੀਅਸ ਹੈ ਸੇਲ ਪਰਚੇਸ ਵਾਲੇ ਦਿੱਤਾ ਤਾਂ ਦਿੰਦਾ ਹੈ, ਲੇਕਿਨ ਉਹਨੇ ਕੈਸ਼ ਡਿਸਕਾਊਂਟ ਦੀ ਗੱਲ ਕੀਤੀ ਹੈ, ਉਹਨੇ ਇਕੱਲੇ ਡਿਸਕਾਊਂਟ ਦੀ ਗੱਲ ਨਹੀਂ ਕੀਤੀ ਬੁੱਕ ਕੁਐਸਚਨ ਵਾਲੇ ਨੇ। ਤਾਂ ਉਹ ਜਿਹੜਾ ਡਿਸਕਾਊਂਟ ਦਿੱਤਾ ਜਾਂਦਾ ਕੈਸ਼ ਡਿਸਕਾਊਂਟ ਓਬਵੀਅਸ ਉਹੀ ਬੰਦੇ ਨੂੰ ਦਿੰਦੇ ਹੋ ਜੋ ਤੁਹਾਡੇ ਨਾਲ ਦੇ ਨਾਲ ਕੀ ਕਰਕੇ ਜਾਂਦਾ ਹੈ, ਪੇਮੈਂਟ ਕਰਕੇ ਜਾਂਦਾ ਹੈ। ਤਾਂ ਆਪਸ਼ਨ ਇਹੀ ਬਣੂਗੀ ਪ੍ਰਮੋਟ ਪੇਮੈਂਟ, ਹੈ ਨਾ, ਪ੍ਰੋਮਪਟ ਪੇਮੈਂਟ। ਤਾਂ ਓਬਵੀਅਸ ਹੈ ਕੁਐਸਚਨ ਦੇ ਅਕੋਰਡਿੰਗ ਅਗਰ ਮੈਂ ਗੱਲ ਕਰਾਂ, ਮੈਨੇ ਕੋਈ ਵੀ ਸਮਾਨ 10,000 ਦੇ ਵਿੱਚ ਹੈ, ਸਾਹਮਣੇ ਵਾਲਾ ਪੈਸਾ ਦੇਣ ਨੂੰ ਤਿਆਰ ਬੈਠਾ ਹੈ, ਤਾਂ ਉਹਨੂੰ ਤੁਸੀਂ ਕੋਈ ਨਾ ਕੁਛ ਤਾਂ ਲੈਸ ਕਰ ਦੇਣੋ ਕੈਸ਼ ਦੇ ਵਿੱਚ। ਤਾਂ ਉਹ ਤੁਹਾਡੇ ਵਾਸਤੇ ਆਪਸ਼ਨ ਬਣੂਗੀ ਪ੍ਰੋਮਪਟ ਪੇਮੈਂਟ, ਜਿਹਦੇ 'ਚ ਅਸੀਂ ਨਾਲ ਦੀ ਨਾਲ ਪੇਮੈਂਟ ਰਿਸੀਵ ਕਰ ਲੈਂਦੇ ਹਾਂ ਜਾਂ ਦੇ ਦਿੰਦੇ ਹਾਂ। ਤਾਂ ਸਾਹਮਣੇ ਵਾਲੇ ਬੰਦੇ ਕੋਲ ਸਾਨੂੰ ਕੈਸ਼ ਰਸੀਦ ਵਿੱਚ ਡਿਸਕਾਊਂਟ ਆ ਜਾਂਦਾ ਹੈ ਜਾਂ ਡਿਸਕਾਊਂਟ ਦੇ ਦਿੰਦੇ ਹਾਂ, ਉਸ ਵੇ ਨੂੰ ਅਸੀਂ ਕੀ ਬੋਲਦੇ ਹਾਂ, ਕੈਸ਼ ਡਿਸਕਾਊਂਟ ਬੋਲਦੇ ਹਾਂ। ਠੀਕ ਹੈ ਜੀ। ਕੁਐਸਚਨ ਨੰਬਰ 23 ਕੈਸ਼ ਬੁੱਕ ਸਟੈਸ਼। ਹੁਣ ਤੁਹਾਡੇ ਸਾਹਮਣੇ ਕੀ ਹੈ, ਮੈਂ ਉੱਪਰ ਗੱਲ ਕੀਤੀ ਸੀ ਕਿ ਕੈਸ਼ ਕਾਊਂਟ ਦੀ ਗੱਲ ਕੀਤੀ ਸੀ, ਇੱਕ ਗੱਲ ਕੀਤੀ ਸੀ ਤੁਹਾਡੇ ਨਾਲ ਕੈਸ਼ ਬੁੱਕ ਦੀ। ਕੈਸ਼ ਬੁੱਕ ਔਰ ਕੈਸ਼ ਕਾਊਂਟ ਦੇ ਵਿੱਚ ਕੀ ਡਿਫਰੈਂਸ ਹੈ? ਹੁਣ ਕੈਸ਼ ਕਾਊਂਟ ਔਰ ਕੈਸ਼ ਬੁੱਕ ਦੇ ਵਿੱਚ ਕੀ ਡਿਫਰੈਂਸ ਹੈ? ਥੋੜਾ ਜਿਹਾ ਡਿਫਰੈਂਸ ਹੈ, ਧਿਆਨ ਰੱਖਿਓ। ਇਹ ਸਾਡੇ ਵਾਸਤੇ ਜਿਹੜੀ ਕੈਸ਼ ਬੁੱਕ ਹੈ, ਜਿਹੜੀ ਸਾਡੇ ਵਾਸਤੇ ਕੈਸ਼ ਬੁੱਕ ਹੈ, ਇਹ ਸਾਡੇ ਵਾਸਤੇ ਪੀਰੀਅਡ ਆਫ ਟਾਈਮ ਵਾਸਤੇ ਬਣਾਈ ਜਾਂਦੀ ਹੈ। ਠੀਕ ਹੈ, ਪੀਰੀਅਡ ਆਫ ਟਾਈਮ ਮਤਲਬ ਮਹੀਨੇ ਦੇ ਵਿੱਚ ਇੱਕ ਵਾਰ ਬਣਾ ਲਾਂਗੇ, ਜਾਂ ਸਾਲ ਦੇ ਵਿੱਚ ਕਈ ਕੰਪਨੀ ਹੁੰਦੇ ਮਹੀਨੇ 'ਚ ਇੱਕ ਵਾਰੀ ਬਣਾਉਂਦੀ ਹੈ, ਬਸ ਮੋਸਟਲੀ ਇੱਕ ਮਹੀਨੇ 'ਚ ਇੱਕ ਵਾਰੀ ਬਣਦੀ ਹੈ। ਤਾਂ ਇੱਕ ਵਾਰੀ ਬਣ ਜਾਊਗਾ, ਉਹਨੂੰ ਅਸੀਂ ਕੈਸ਼ ਬੁੱਕ ਬੋਲਦੇ ਹਾਂ। ਕੈਸ਼ ਕਾਊਂਟ ਜਿਹੜੀ ਰੋਜ਼ ਦੀ ਟ੍ਰਾਂਜੈਕਸ਼ਨ ਕੀਤੀ ਜਾਂਦੀ ਉਸ ਵੇ ਨਾਲ ਬਣਾਈ ਜਾਂਦੀ ਹੈ। ਇਹ ਪੀਰੀਅਡ ਆਫ ਟਾਈਮ ਵਾਸਤੇ ਹੁੰਦੀ ਹੈ, ਲੇਕਿਨ ਇਹ ਫਲੋ ਆਫ ਕੈਸ਼ ਵਾਸਤੇ ਹੁੰਦੀ ਹੈ। ਇਹ ਥੋੜਾ ਜਿਹਾ ਫਰਕ ਹੈ, ਇਹਦੇ ਵਾਸਤੇ ਵੀ ਮੈਂ ਤੁਹਾਡੇ ਵਾਸਤੇ ਅਲੱਗ ਵੀਡੀਓ ਤਿਆਰ ਕਰੂੰਗਾ ਔਰ ਇਹ ਤੁਹਾਨੂੰ ਕਾਫੀ ਚੀਜ਼ਾਂ ਦੱਸਣੀਆਂ ਨੇ। ਡਿਸਕਾਊਂਟ ਅਲਾਉਡ ਕੀ ਹੁੰਦਾ ਹੈ, ਡਿਸਕਾਊਂਟ ਰਿਸੀਵਡ ਕੀ ਹੁੰਦਾ ਹੈ, ਪਰਚੇਸ ਕਾਊਂਟ ਕੀ ਹੁੰਦਾ, ਪਰਚੇਸ ਬੁੱਕ ਕੀ ਹੁੰਦੀ ਹੈ ਨਾ, ਡੈਬਿਟ ਔਰ ਕ੍ਰੈਡਿਟ ਕਾਲਮ ਕੀ ਹੁੰਦੇ ਨੇ, ਉਸ ਤੋਂ ਬਾਅਦ ਡੈਬਿਟ ਨੋਟ ਕ੍ਰੈਡਿਟ ਨੋਟ ਕੀ ਹੁੰਦੇ ਨੇ, ਰਿਸੀਟ ਔਰ ਬਿੱਲ ਕੀ ਹੁੰਦੇ ਨੇ। ਉਹ ਸਾਰੇ ਵਾਸਤੇ ਅਲੱਗ ਚੀਜ਼ਾਂ ਨੇ। ਮੈਂ ਸਿਰਫ ਤੁਹਾਨੂੰ ਬੇਸਿਕ ਲੈ ਕੇ ਸਟਾਰਟ ਕੀਤਾ ਹੈ, ਇਸ ਦੇ ਨਾਲ ਆਪਣੇ ਆਪ ਨੂੰ ਅੱਗੇ ਵਧਦੇ ਜਾਵਾਂਗੇ। ਠੀਕ ਹੈ ਨਾ। ਉਸ ਤੋਂ ਬਾਅਦ ਆਪਸ਼ਨ ਓਬਵੀਅਸ ਇੱਕੋ ਹੀ ਹੈ ਸਾਡੇ ਵਾਸਤੇ, ਸਬਸਿਡਰੀ ਜਰਨਲ ਹੈ ਜਾਂ ਕਿ ਕਹਿਦਾ ਮਤਲਬ ਇੱਕ ਲੇਜਰ ਅਕਾਊਂਟ ਵੀ ਹੋ ਸਕਦਾ। ਉਹਨੇ ਪੁੱਛਿਆ ਸੀ ਕੈਸ਼ ਕਾਊਂਟ ਦਾ, ਕੈਸ਼ ਬੁੱਕ ਦਾ, ਅਕਾਊਂਟ ਨਹੀਂ ਪੁੱਛ ਰਿਹਾ। ਕੈਸ਼ ਬੁੱਕ ਸਾਡੇ ਵਾਸਤੇ ਕੀ ਹੈ? ਇੱਕ ਲੈਜਰ ਬਣਾਉਂਦੇ ਜਿਸ ਸਾਰੀ ਕੈਸ਼ ਦੀ ਐਂਟਰੀਜ਼ ਨੂੰ ਕੀ ਕਰਦੇ ਆ, ਰਿਕਾਰਡ ਕਰਦੇ ਆ, ਕਿਉਂਕਿ ਆਪਸ਼ਨ ਦੇ ਅਕੋਰਡਿੰਗ ਹੋਰ ਕੁਝ ਹੈ ਹੀ ਨਹੀਂਗਾ। ਵਿਚ ਆਫ ਦੀ ਫਲੋਇੰਗ ਬੁੱਕ ਸ਼ੁੱਡ ਬੀ ਯੂਜ਼ਡ, ਕਹਿੰਦੇ ਕਿਹੜੀ ਬੁੱਕ ਯੂਜ਼ ਕੀਤੀ ਜਾਂਦੀ ਹੈ ਟੂ ਰੈਕੋਰਡ ਪਰਚੇਸ ਇਫ ਦ ਫਰਨੀਚਰ ਇਜ਼ ਰਿਕਾਰਡ। ਮਤਲਬ ਅਗਰ ਤੁਹਾਨੇ ਕੋਈ ਫਰਨੀਚਰ ਕ੍ਰੈਡਿਟ ਤੇ ਲਿੱਤਾ ਹੈ, ਉਧਾਰ ਲਿੱਤਾ ਹੈ, ਤਾਂ ਉਹਦੇ ਵਾਸਤੇ ਕਿਹੜੀ ਬੁੱਕ ਰਿਕਾਰਡ ਕੀਤੀ ਜਾਏਗੀ, ਕਿਹੜੀ ਬੁੱਕ ਦੇ ਵਿੱਚ ਤੁਸੀਂ ਉਧਾਰ ਦੀ ਐਂਟਰੀ ਕਰੋਗੇ। ਸਭ ਨੂੰ ਇੱਕੋ ਹੀ ਯਾਦ ਆਉਂਦੀ ਹੈ ਸਬਸਿਡਰੀ ਬੁੱਕ, ਯਾਦ ਹੋਊਗੀ ਸਭ ਨੂੰ ਇੱਕੋ ਹੀ ਚੀਜ਼ ਯਾਦ ਆਉਂਦੀ ਹੈ ਸਬਸਿਡਰੀ ਬੁੱਕ। ਮੈਨੇ ਪਰਚੇਸ ਕੀਤਾ ਫਰਨੀਚਰ ਉਧਾਰ ਦਿੱਤੇ ਤਾਂ ਸਬਸਿਡਰੀ ਬੁੱਕ 'ਚ ਰਿਕਾਰਡ ਕਰੂੰਗਾ। ਤਾਂ ਆਪਸ਼ਨ ਦੇ ਅਕੋਰਡਿੰਗ ਪਰਚੇਸ ਬੁੱਕ ਤਾਂ ਆ ਹੀ ਨਹੀਂ ਸਕਦੀ, ਕਿਉਂਕਿ ਫਰਨੀਚਰ ਦੀ ਐਂਟਰੀ ਐਸਿਡ ਦੀ ਐਂਟਰੀ ਹੁੰਦੀ ਹੈ। ਪਰਚੇਸ ਵਿੱਚ ਅਸੀਂ ਰੋਜ਼ ਦੀ ਖਰੀਦਣ ਦੀ ਐਂਟਰੀ ਕਰਦੇ ਹਾਂ। ਕੈਸ਼ ਬੁੱਕ ਦੇ ਵਿੱਚ ਕੈਸ਼ ਦੀ ਐਂਟਰੀ ਹੁੰਦੀ ਹੈ, ਸਾਡੇ ਉਧਾਰ ਤੇ ਖਰੀਦਿਆ, ਤੇ ਓਬਵੀਅਸ ਇਹ ਤਾਂ ਆ ਨਹੀਂ ਸਕਦਾ। ਤਾਂ ਇੱਕ ਆਪਸ਼ਨ ਇਹੀ ਬਣੂਗਾ ਸਬਸਿਡਰੀ ਬੁੱਕ ਦਾ ਉਲਟਾ ਨਾਮ ਜਿਹੜਾ ਸਾਡੇ ਵਾਸਤੇ ਜਰਨਲ ਪ੍ਰੋਪਰ ਹੈ। ਠੀਕ ਹੈ, ਇਹਦੇ ਵਿੱਚ ਅਸੀਂ ਸਾਰੀ ਫਰਨੀਚਰ ਦੀ ਐਂਟਰੀਆਂ ਰਿਕਾਰਡ ਕਰਾਂਗੇ। ਸਬਸਿਡਰੀ ਬੁੱਕ 4 ਬੁੱਕਸ ਹੁੰਦੀਆਂ ਨੇ, ਉਹਨੂੰ ਛੱਡ ਕੇ ਉਸ 'ਚ ਸੇਲ ਪਰਚੇਸ ਦੀ ਐਂਟਰੀ, ਗੁੱਡਸ ਦੀ ਐਂਟਰੀ ਕੀਤੀ ਜਾਂਦੀ ਨੇ, ਲੇਕਿਨ ਫਰਨੀਚਰ ਦੀ ਐਂਟਰੀ ਤੁਹਾਡੀ ਜਰਨਲ ਪ੍ਰੋਪਰ 'ਚ ਕੀਤੀ ਜਾਂਦੀ ਹੈ, ਜਿਹਦੇ ਵਿੱਚ ਅਸੀਂ ਸਾਰੀਆਂ ਐਸਿਡਸ ਦੀ ਐਂਟਰੀ ਕਰਦੇ ਹਾਂ। ਸਿਰਫ ਔਰ ਸਿਰਫ ਕਿਹੜੀ ਐਸਿਡ ਆ, ਅਗਰ ਜੋ ਐਸਿਡ ਸਾਨੇ ਆਪਣੀ ਕਿਤੇ ਪਰਚੇਸ ਕੀਤੀਆਂ ਨੇ, ਉਧਾਰ ਤੇ ਪਰਚੇਸ ਕੀਤੀਆਂ, ਆਈ ਮੀਨ ਟੂ ਔਨ ਕ੍ਰੈਡਿਟ ਬੇਸਿਸ। ਨੈਕਸਟ ਕੁਐਸਚਨ ਨੰਬਰ 25 ਵਿਚ ਆਫ ਦੀ ਫਲੋਇੰਗ ਅਕਾਊਂਟਸ ਇਨਕਰੀਜ਼ਡ ਬਾਈ ਦ ਡੈਬਿਟ ਐਂਟਰੀ। ਕਹਿੰਦਾ ਕਿਹੜਾ ਅਕਾਊਂਟ ਮੇਨਟੇਨ ਕੀਤਾ ਜਾਊਗਾ ਅਗਰ ਕੋਈ ਐਂਟਰੀ ਡੈਬਿਟ ਸਾਈਡ ਤੇ ਵੱਜ ਜਾਂਦੀ ਹੈ, ਡੈਬਿਟ ਸਾਈਡ ਤੇ ਵੱਜ ਜਾਂਦੀ ਹੈ। ਤਾਂ ਮੈਂ ਨੀਚੇ ਲੈ ਕੇ ਚੱਲੂੰਗਾ। ਸੀ ਆਪਸ਼ਨ ਹੈ ਡਿਸਕਾਊਂਟ ਰਿਸੀਵਡ ਅਕਾਊਂਟ। ਹੁਣ ਡਿਸਕਾਊਂਟ ਰਿਸੀਵ, ਅਗਰ ਮੰਨ ਲਓ ਅਗਰ ਮੈਂ ਬਿਜ਼ਨਸ ਦਾ ਇੱਕ ਇੰਪਲੋਇਰ ਹਾਂ ਜਾਂ ਬੋਰਡ ਆਫ ਡਾਇਰੈਕਟਰ ਹਾਂ, ਠੀਕ ਹੈ, ਤਾਂ ਮੈਂ ਆਪਣੀ ਡੈਬਿਟ ਸਾਈਡ ਦੀ ਐਂਟਰੀ ਨੂੰ ਇਨਕਰੀਜ਼ ਕਰਨਾ ਹੈ, ਕਿਉਂਕਿ ਕੁਐਸਚਨ ਦੇ ਵਿੱਚ ਇਹੀ ਮੈਂਸ਼ਨ ਕਰਦਾ ਵੇ ਨਾ ਕਿ ਡੈਬਿਟ ਐਂਟਰੀ ਨੂੰ ਕਿਹੜੀ ਚੀਜ਼ ਰਿਕਾਰਡ ਕਰੂਗੀ ਜਾਂ ਇਨਕਰੀਜ਼ ਕਰੂਗੀ। ਤਾਂ ਅਗਰ ਮੈਂ ਡੈਬਿਟ ਸਾਈਡ ਨੂੰ ਵਧਾਉਣਾ ਚਾਹੁੰਦਾ ਤਾਂ ਆਪਸ਼ਨ ਹੈਗੀ ਹੈ ਸੀ ਆਪਸ਼ਨ ਕਿ ਡਿਸਕਾਊਂਟ ਰਿਸੀਵਡ ਅਕਾਊਂਟ। ਮੈਥੇ ਇੱਥੇ ਡਿਸਕਾਊਂਟ ਤਾਂ ਰਿਸੀਵ ਕੀਤਾ ਨਹੀਂ, ਠੀਕ ਹੈ, ਡਿਸਕਾਊਂਟ ਤਾਂ ਰਿਸੀਵ ਕੀਤਾ ਨਹੀਂ, ਮੈਨੇ ਡਿਸਕਾਊਂਟ ਕਿਸੇ ਬੰਦੇ ਨੂੰ ਦਿੱਤਾ ਹੋ, ਉਹਨੇ ਰਿਸੀਵ ਕੀਤਾ ਹੋ, ਤਾਂ ਆਪਸ਼ਨ ਇਹ ਤਾਂ ਬਣਦੇ ਨਹੀਂ। बी ऑप्शन है परचेज रिटर्न अकाउंट। बिका हुआ माल वापिस आ गया या खरीदा है माल वापिस करे आए, इट मीन कि वापिस करे या वापिस आ गया, वो चीज़ तो इंक्रीज करती नहीं, क्योंकि तो मतलब कि वो तो स्टॉक मेरे को वध गया या देता है ना। तो मशीनरी अकाउंट, मैंने कोई मशीनरी परचेज कर ली, तो परचेज की तो मशीनरी मेरे पास आई है ना, आई यानी कि मेरे अपने बिजनेस का हिस्सा बनी, बिजनेस की एसिड बनी, बिजनेस की प्रॉपर्टी बनी, कोई ना कोई इंक्रीजिंग टर्म के रखी गई, तो वही अकाउंट बन जाएगा। केड़ा अकाउंट है? मशीनरी अकाउंट है। ठीक है जी।
क्वेश्चन नंबर 26 बहुत घुम घुमा के क्वेश्चन थोड़े पाए हुए ने तो ध्यान रखना इस तरह क्वेश्चन तुहानूं अगे बहुत मिलणगे। क्वेश्चन नंबर 26 द डेबिट बैलेंस इन द बैंक अकाउंट कहता अगर बैंक अकाउंट का डेबिट बैलेंस देखा जाए तो की होगा। ये वास्ते गल करूँगा थोड़े ना बैंक रिकॉन्सिलेशन की, उन्होंने एक चैप्टर अलग है उस पासबुक और कैश बुक की एंट्री देखी जाती ने। तो थोड़ा सबनों पता है जो असी बैंक अकाउंट मेनटेन करते हैं या बैंक वाले अपना बैंक अकाउंट मेनटेन करते हैं तो अपना कितों शुरू करेंगे तो ठीक है लायबिलिटी तो करेंगे। नैक्सट अगला पॉइंट रिटर्न आउटवर्ड। हूँ अगर मैं गल करा तो रिटर्न आउटवर्ड में असी की बोलते दूसरे दिन नाइन के नाल परचेस रिटर्न बोलते हैं। परचेस रिटर्न मतलब खरीदा हुआ माल की आ गया वापिस करे। अगर खरीदा हुआ माल वापिस करे तो किनू वापिस करोगे जो बेचता होगा। बेचता कौन होगा उन्होंने की बोलते हैं या तो साडा सप्लायर होगा या साडे वास्ते क्रेडिटर होगा। हम ऑप्शन इको ही बनती है गुड्स रिटर्न टू सप्लायर। ये समान असी सप्लायर नूं की करे वापिस करे परचेज रिटर्न की बुक बन चुकी जिस असीं कुछ समान वापिस करते हैं। ठीक है जी। क्वेश्चन नंबर 28 आ परचेज बुक्स कैप्ट रिकॉर्ड कहता की है जी परचेज बुक है कहता काहदे वास्ते रिकॉर्ड की जाती है। तो ऑप्शन ने कहता सारी चीज़ां परचेज कर लिया। सैकेंड ऑप्शन है कैश ते परचेज कर लिया। थर्ड ऑप्शन है तुहाडे वास्ते उधार ते परचेज कर लिया। तो हुण परचेज तो परचेज ही है चाहे वह कैश की है चाहे उधार की है। ईवन कि हुण अगर मैं गल करा तो परचेज तो परचेज ही होंगी है चाहे कैश च करो चाहे उधार च करो चाहे सारी परचेज करो। लेकिन क्वेश्चन च उन्होंने पूछा की है परचेज डे बुक काहदे वास्ते बनती है। तो ओबवियस एक ऑप्शन बनूगी तो सारी उधार जो भी असीं परचेज करांगे उहदे वास्ते की बनाने सबसिडरी बुक का फर्स्ट पॉइंट है परचेज बुक। नैक्सट आओ रिटर्न आउटवर्ड बुक इज कैप्ट रिकॉर्ड। ये तो वो भी कर ही चुके हैं जो समान साने बेचता वापिस आ गया सप्लायर के पास आ गया तो वो वास्ते एक ही बुक मेनटेन की जाती है रिटर्न आउटवर्ड बुक जिन्हें असीं की बोलते हैं परचेज रिटर्न बुक बोलते हैं। नैक्सट आओ क्वेश्चन नंबर 30। क्वेश्चन नंबर 30 की कह रहे हैं लास्ट क्वेश्चन है उस तो बाद द टोटल ऑफ द सेल बुक इज पोस्टेड पीरियडिकली टू द। हूँ इतने गल कर रहे हैं मैं सेल बुक की। ठीक है तो बहुत ज़्यादा क्वेश्चन इहदे उत्ते पूछे जाएंगे डाउट्स भी आएंगे इवन के सेल बुक और सेल अकाउंट च की डिफरेंस है। परचेज बुक और परचेज अकाउंट च की डिफरेंस है। डेबिट नोट क्रेडिट नोट च की डिफरेंस है। डोंट वरी सारा करवाऊंगा बट थोड़ा बहुत वीडियो से लेवल के अकॉर्डिंग जाऊँगा। मैं क्वेश्चन अपने लैक्चर की स्टार्टिंग दस चुकिया से मैं बेस तो उठाऊंगा सारी चीज़ां। ठीक है तो सेल बुक ध्यान रखियो सेल बुक के हमेशा क्रेडिट सेल की एंट्री होती है। परचेज बुक के हमेशा क्रेडिट परचेज की एंट्री होती है। मतलब उधार की एंट्री वास्ते बुक्स अलग अलग बनाई जाती हैं। अगर कोई उधार परचेज किया है तो परचेज बुक है, उधार सेल की है तो साडे वास्ते सेल बुक है। दिमाग च गल रखियो। हुण क्वेश्चन च की पूछता है द टोटल ऑफ द सेल बुक कहना जो सेल बुक का असी टोटल करते हैं। ठीक है पीरियडिकली मतलब दिनों दिन या डे बाय डे या महीने में जो एंट्री करते हैं रिकॉर्ड करते हैं तो कादी एंट्री रिकॉर्ड की जाती है। हूँ थोड़े सामने ऑप्शन नंबर सी नूं लैके चलना तो कैपिट अकाउंट की है नाम तो सेल कहता है सेल का मतलब बेचना होंगे है। ठीक है बी ऑप्शन परचेज की एंट्री है ऊपर दैन क्वेश्चन सेल का पूछता हुआ है तो ऑप्शन एक ही लाइक करूँगी जो बहुत ज़्यादा क्लोज्ड है क्रेडिट ऑफ द सेल अकाउंट जिहदे कादी एंट्री करते हैं सेल मतलब बेचने की एंट्री की जाती है उधार बेचने की गल की जाती है। ठीक है नैक्सट आओ जी सेल बुक रिकॉर्ड की जाती है वो काहदे वास्ते की जाती है। ठीक है ऑल सेल्स ऑफ गुड्स फॉर कैश चीज़ां जी है वो कैश राही बेचती हैं। ऑल क्रेडिट सेल सिर्फ उधार बेचने वास्ते की जाती है। ऑल क्रेडिट सेल ऑफ द गुड्स सारी चीज़ां उधार बेचने वास्ते की जाती है। और तुहाडे वास्ते डी ऑप्शन बनते हैं रिटर्न ऑफ गुड्स या चीज़ों वापस करने वास्ते बनाई जाती है। यही चीज़ ध्यान रखना ऑप्शन जी आऊगी तुहाडे वास्ते सी ऑप्शन आऊगी जिस असीं सारी चीज़ों की करते उधार सेल करते हैं वो वास्ते सेल बुक बनती है। ये ध्यान रखियो बेटे। ठीक है हुण ऑप्शन नंबर बी की आती है और क्रेडिट सेल सारी उधार कर बेचदियाँ। हुण इत्थे गुड्स नहीं लिखा आया ठीक है कुछ होर भी हो सकता है तो ध्यान रखना पजल नहीं होना जिथे गुड्स की गल की है उधार बेचन की उही तुहाडे वास्ते की एक क्रेडिट सेल की एंट्री है और क्रेडिट सेल की एंट्री कि जाती है सेल बुक की जाती है। पजल नहीं होना बार बार कह रहे हैं क्योंकि कई बच्चे समझ देंगे भी ऑल क्रेडिट सेल उधार बेचता तो एंट्री च रिकॉर्ड की जाऊगी कुछ और भी बेचा जा सकता उधार लेकिन इतने गल की है गुड्स की तो गुड्स बेच वास्ते साडी एंट्री होगी सेल बुक की एंट्री। ठीक है हाँ जी क्वेश्चन 31 रिकॉर्ड कंप्लीट कितने इस टेस्ट सीरीज के अकॉर्डिंग। अगर डाउट है बेटे कोई भी किसी को डाउट है तो इस नंबर पर अपना कॉन्टैक्ट नंबर पर अपने अपना डाउट क्लीयर कर सकता है। वैसे भी इस वीडियो के लैक्चर के नीचे डिस्क्रिप्शन बॉक्स के लिंक दिता हुआ है
ਠੀਕ ਹੈ। ਉਸ ਲਿੰਕ ਤੋਂ ਤੁਸੀਂ WhatsApp ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ। ਅਲੱਗ ਕਾਮਰਸ ਪੇਜ 'ਤੇ ਸਕੂਲ ਲੈਕਚਰਰ ਦੇ ਬੇਸ 'ਤੇ ਕਾਮਰਸ ਦਾ ਗਰੁੱਪ ਬਣਾਇਆ ਗਿਆ ਹੈ। ਉਹਦੇ ਵਿੱਚ ਅਗਰ ਕੋਈ ਬੱਚੇ ਨੂੰ ਕੋਈ ਡਾਊਟ ਵੀ ਹੈ ਤਾਂ ਉਹ ਡਾਊਟ ਉਹਦੇ ਤੋਂ ਕਲੀਅਰ ਕਰ ਦਿੱਤਾ ਜਾਊਗਾ। ਠੀਕ ਹੈ ਬੇਟੇ, ਥੈਂਕ ਯੂ ਸੋ ਮਚ।